हेलो गाइस, हाउ आर यू? आई होप सो यू डूइंग वेल। हाँ जी, साਰਿਆਂ ਦਾ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਇਸ ਚੈਨਲ ਤੇ ਆਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਦਾ ਬਣਾਉਣ ਦਾ ਆਪਣਾ ਮਕਸਦ ਕੀ ਹੈ। ਸੋ ਜਿੱਦਾਂ ਕਿ ਸੁਦਰਸ਼ਨਾ ਮੈਮ ਸੀਗੇ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਵਿੱਚ ਨੇ, ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਸਟੋਰੀ ਸ਼ੇਅਰ ਕੀਤੀ ਸੀਗੀ। ਸੋ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੁਐਰੀਜ਼ ਕੀਤੀਆਂ ਪੰਜਾਬ ਪੁਲਿਸ ਜਿਹੜੀ ਕਾਂਸਟੇਬਲ ਦੀ ਭਰਤੀ ਹੋਣੀ ਆ ਉਹਦੇ ਰਿਗਾਰਡਿੰਗ। ਸੋ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਸੋ ਇਹਨਾਂ ਕੋਲ ਥੋੜ੍ਹੇ ਟਾਈਮ ਦੀ ਪ੍ਰੋਬਲਮ ਹੁੰਦੀ ਹੈ। ਸੋ ਬੇਸਿਕਲੀ ਹੁਣ ਇਸ ਕੰਮ ਲਈ ਤੁਹਾਡੇ ਲਈ ਮੈਂ ਹਾਜ਼ਰ ਹਾਂ ਹਰ ਟਾਈਮ। ਸੋ ਇਸ ਚੀਜ਼ ਲਈ ਆਪਾਂ ਪਹਿਲਾਂ ਪਲੇਟਫਾਰਮ ਤਿਆਰ ਕੀਤਾ। ਇੱਕ ਤਾਂ ਟੈਲੀਗ੍ਰਾਮ ਦਾ ਚੈਨਲ ਸੀਗਾ ਜਿਹੜਾ ਉਹ ਕ੍ਰੀਏਟ ਕੀਤਾ ਸੀ, ਉਹਦੇ ਅਕੋਰਡਿੰਗ ਹੀ ਉੱਥੇ ਸਟੂਡੈਂਟਸ ਦੀਆਂ ਬਹੁਤ ਜ਼ਿਆਦਾ ਕੁਐਰੀਜ਼ ਆਈਆਂ। ਸੋ ਉਹਦੇ ਮਕਸਦ ਨਾਲ ਹੀ ਆਪਾਂ ਉੱਥੇ ਡਿਮਾਂਡ ਕੀਤੀ ਸਟੂਡੈਂਟਸ ਨੇ ਕਿ ਸਰ YouTube ਚੈਨਲ ਕ੍ਰੀਏਟ ਕੀਤਾ ਜਾਵੇ, ਕਿਉਂਕਿ ਹਰ ਇੱਕ ਇਨਸਾਨ ਦਾ ਆਪਣਾ ਟਾਈਮ ਸ਼ਡਿਊਲ ਹੁੰਦਾ। ਸੋ ਮੈਸੇਜ ਬਹੁਤ ਕਰਦੇ ਸੀਗੇ ਉੱਥੇ ਬੱਚੇ ਜਿਹੜੇ ਹੈਗੇ ਸੀ ਨਾ। ਸੋ ਆਪਾਂ ਸੋਚਿਆ ਕਿ ਵੀਡੀਓਜ਼ ਬਣਾ ਕੇ ਹੀ ਉਹਨਾਂ ਨੂੰ ਪ੍ਰੋਪਰ ਸਾਰਾ ਦੱਸਿਆ ਜਾਵੇ ਇੱਕ ਇੱਕ ਵੀਡੀਓ ਦੇ ਵਿੱਚ ਹੀ, ਕਿਉਂਕਿ ਸਾਰਿਆਂ ਦੀ ਜਿਹੜੀ ਕੁਐਰੀਜ਼ ਨੇ ਉਹ ਇੱਕ ਵੀਡੀਓ ਦੇ ਵਿੱਚ ਹੀ ਕਵਰ ਅਪ ਹੋ ਜਾਣਾ। ਸੋ ਆਪਾਂ ਇੱਦਾਂ ਹੀ ਇਸ ਚੈਨਲ ਦੇ ਉੱਤੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਟਾਰਗੇਟ ਆਫ ਪੰਜਾਬ ਐਗਜ਼ਾਮਸ। ਸੋ ਇਹਨੂੰ ਨਾਲੇ ਵੀਡੀਓ ਨੂੰ ਸਾਰਿਆਂ ਨਾਲ ਸ਼ੇਅਰ ਕਰਨਾ ਜਿਨ੍ਹਾਂ ਨੇ ਭਰਤੀ ਬਾਰੇ ਇੰਟਰਸਟਡ ਨੇ ਪੰਜਾਬ ਪੁਲਿਸ ਦੇ ਵਿੱਚ। ਸੋ ਆਪਾਂ ਹੁਣ ਗੱਲ ਸਟਾਰਟ ਕਰਦੇ ਹਾਂ ਜੀ। ਪਹਿਲਾਂ ਐਗਜ਼ਾਮ ਦਾ ਪ੍ਰੋਸੈਸ ਕੀ ਹੁੰਦਾ, ਵੀ ਮਤਲਬ ਕੀ ਹੁੰਦਾ ਇਹਦੇ ਵਿੱਚ, ਕੀ ਰਿਕੁਆਇਰਮੈਂਟਸ ਹੁੰਦੀਆਂ ਨੇ, ਕੀ ਕੁਆਲੀਫਿਕੇਸ਼ਨ ਹੁੰਦੀ ਹੈ। ਸੋ ਇਹਦੇ ਬੇਸਿਸ 'ਤੇ ਆਪਾਂ ਅੱਜ ਸਾਰੇ ਡਾਊਟਸ ਜਿਹੜੇ ਹੈਗੇ ਆ ਉਹ ਆਪਾਂ ਕਲੀਅਰ ਕਰਾਂਗੇ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਹੈਗਾ ਪੰਜਾਬ ਪੁਲਿਸ ਦੀ ਭਰਤੀ ਦੇ ਅਬਾਊਟ, ਕਿ ਭਰਤੀ ਹੋਣੀ ਹੈ ਜਾਂ ਨਹੀਂ ਹੋਣੀ। ਸੋ ਇਹਦੇ ਰਿਗਾਰਡਿੰਗ ਆਪਾਂ ਗੱਲ ਕਰਦੇ ਹਾਂ। ਸੋ ਭਰਤੀ ਤਾਂ ਦੇਖੋ ਹੈਗਾ ਜਿਹੜਾ ਉਹ ਫਾਈਨਲ ਹੈ ਕਿ ਹੋਣੀ ਹੈ। ਬਿਕੋਜ਼ ਹੁਣ ਥੋੜ੍ਹਾ ਜਿਹਾ ਕਰੋਨਾ ਹੋਣ ਕਰਕੇ ਥੋੜ੍ਹਾ ਜਿਹਾ ਡਿਲੇ ਹੋ ਸਕਦਾ, ਬਟ ਪਹਿਲਾਂ ਪ੍ਰੋਪਰ ਆਈ ਥਿੰਕ ਜਿੱਦਾਂ ਅੱਗੇ ਆਪਾਂ ਨਿਊਜ਼ਪੇਪਰਸ ਦੇ ਵਿੱਚ ਦੇਖਿਆ, ਸੋ ਰੈਡੀ ਸੀ ਸਭ ਕੁਛ ਭਰਤੀ ਹੋਣ ਦੇ ਮਤਲਬ ਨਾਤੇ ਤੇ ਸੀਗੀ। ਸੋ ਬਟ ਹੁਣ ਥੋੜ੍ਹਾ ਜਿਹਾ ਪੋਸਟਪੋਨ, ਜਿੱਦਾਂ ਪਟਵਾਰੀ ਦਾ ਪੋਸਟਪੋਨ ਪੇਪਰ ਵੀ ਹੋ ਗਿਆ ਹੈ ਨਾ। ਸੋ ਇੱਦਾਂ ਇਹਦੇ ਕਰਕੇ ਥੋੜ੍ਹਾ ਜਿਹਾ ਇਸ਼ੂ ਹੋ ਸਕਦਾ। ਅਦਰਵਾਈਜ਼ ਭਰਤੀ ਹੋਣੀ ਹੀ ਜ਼ਰੂਰ ਹੈ। ਵਿਦਨ 1 ਮੰਥ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਹੈਗਾ ਆ ਜੇ, 2 ਮੰਥ ਦੇ ਵਿੱਚ, ਮਤਲਬ ਕਿ ਲਗਭਗ 1-2 ਮੰਥ ਦੇ ਵਿੱਚ ਹੀ ਜਿਹੜਾ ਨੋਟੀਫਿਕੇਸ਼ਨ ਆ ਉਹ ਆਈ ਥਿੰਕ ਗੌਰਮੈਂਟ ਜਿਹੜੀ ਹੈਗੀ ਆ ਰਿਲੀਜ਼ ਕਰ ਦੂਗੀ। ਸੋ ਆਪਾਂ ਇਹੀ ਹਜੇ ਤੱਕ ਆਪਾਂ ਪ੍ਰੈਡਿਕਸ਼ਨ ਕਰ ਰਹੇ ਹਾਂ ਕਿ ਹੋ ਸਕਦਾ ਕਿ 1-2 ਮੰਥ ਦੇ ਵਿੱਚ ਹੀ ਆ ਜੇ। ਸੋ ਜਿਹੜਾ ਇਹਦਾ ਪ੍ਰੋਸੈਸ ਹੈ ਕਿ ਇੱਕ ਬਹੁਤ ਜ਼ਿਆਦਾ ਸਟੂਡੈਂਟਸ ਜਿਹੜੇ ਹੈਗੇ ਸੀ ਕੁਐਸਚਨ ਪੁੱਛ ਰਹੇ ਸੀ ਇਹਦੇ ਅਬਾਊਟ ਹੀ। ਸੋ ਭਰਤੀ ਹੋਣੀ ਜ਼ਰੂਰ ਹੈ। ਸੋ ਜਿਹੜਾ ਆਪਾਂ ਬੇਸਿਕਲੀ ਗੱਲ ਕਰਦੇ ਹਾਂ ਕਿ ਸਟੂਡੈਂਟਸ ਸਰ ਕਿ ਤਿਆਰੀ ਸਟਾਰਟ ਕਰਾਂ ਕਿ ਨਹੀਂ ਕਰਾਂ, ਅਤੇ ਪਹਿਲਾਂ ਫਿਜ਼ੀਕਲ ਦੀ ਕਰਾਂ ਜਾਂ ਰਿਟਨ ਟੈਸਟ ਦੀ ਕਰਾਂ। ਸੋ ਇਹਦਾ ਇੱਕੋ ਇੱਕ ਆਨਸਰ ਹੈ ਕਿ ਦੇਖੋ ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਹੋਈ ਜਾਂਦਾ। ਸੋ ਆਪਾਂ ਨੂੰ ਬੇਸਿਕਲੀ ਵੇਟ ਨਹੀਂ ਕਰਨੀ ਚਾਹੀਦੀ ਕਿ ਜਦੋਂ ਭਰਤੀ ਆਊਗੀ ਤਾਂ ਹੀ ਮੈਂ ਪ੍ਰੀਪਰੇਸ਼ਨ ਸਟਾਰਟ ਕਰੂੰਗਾ ਆਪਣੀ। ਸੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਭਰਤੀ ਜਦੋਂ ਆਊਗੀ ਹੀ ਉਦੋਂ ਹੀ ਸਟਾਰਟ ਕਰਨਾ। ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਹੁੰਦਾ ਜਾਂਦਾ। ਸੋ ਪਹਿਲਾਂ ਤਾਂ ਸੀਗਾ ਵੀ ਆਪਾਂ ਜਿਹੜਾ ਮੈਰਿਟ ਬੇਸਿਸ 'ਤੇ ਹੋ ਗਈ ਸੀਗੀ ਭਰਤੀ, ਬਟ ਇਸ ਵਾਰੀ ਜਿਹੜਾ ਕਹਿ ਰਿਹਾ ਵੀ ਰਿਟਨ ਐਗਜ਼ਾਮ ਜਿਹੜਾ ਹੋਣਾ ਹੈ ਨਾ, ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਆਪਣੀ ਪ੍ਰੀਪਰੇਸ਼ਨ ਜਿਹੜੀ ਆਪਣੀ ਪਹਿਲਾਂ ਸਟਾਰਟ ਕਰਨੀ ਪੈਣੀ ਹੈ। ਸੋ ਬੇਸਿਕਲੀ ਆਪਾਂ ਨੂੰ ਹੁਣ ਜਿਹੜਾ ਹੈਗਾ ਜਿਹੜਾ ਰਿਟਨ ਐਗਜ਼ਾਮ ਜਿਹੜਾ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਲੈ ਰਹੇ ਹਾਂ, ਕਿਉਂਕਿ ਇਹਦਾ ਪ੍ਰੂਫ ਜਿਹੜੇ ਹੈਗੇ ਆ ਟੈਂਡਰ ਵਗੈਰਾ ਕੱਢੇ ਸੀਗੇ, ਮਤਲਬ ਕਿ ਆਪਣੀ ਗਵਰਨਮੈਂਟ ਨੇ ਜਿਹੜੀ OMR ਸ਼ੀਟ ਜਿਹੜੀ ਆਪਣੀ ਹੁੰਦੀ ਹੈ ਪੇਪਰ ਦੇ ਲਈ, ਕੰਪਨੀਜ਼ ਦੇ ਲਈ ਟੈਂਡਰ ਨਿਊਜ਼ਪੇਪਰ ਦੇ ਵਿੱਚ ਕੱਢੇ ਸੀ। ਸੋ ਇਹ ਤਾਂ ਹੈਗਾ ਹੀ ਹੈ ਕਿ ਪੇਪਰ ਹੋਣਾ ਹੀ ਹੋਣਾ। ਸੋ ਇਹਦੀ ਪੇਪਰ ਦੀ ਤਿਆਰੀ ਆਪਾਂ ਪਹਿਲਾਂ ਕਰਨੀ ਹੈ, ਜਾਂ ਫਿਜ਼ੀਕਲ ਟੈਸਟ ਪਹਿਲਾਂ ਹੋਣਾ ਜਾਂ ਪੇਪਰ ਪਹਿਲਾਂ ਹੋਣਾ। ਸੋ ਇਹ ਵੀ ਹਜੇ ਆਪਾਂ ਨੂੰ ਪੂਰਾ ਕਨਫਰਮ ਨਹੀਂ ਹੈ ਕਿ ਪਹਿਲਾਂ ਕੀ ਹੋਣਾ। ਸੋ ਉਹ ਨੋਟੀਫਿਕੇਸ਼ਨ ਦੇ ਆਉਣ 'ਤੇ ਹੀ ਆ, ਕਿ ਨੋਟੀਫਿਕੇਸ਼ਨ ਜਦੋਂ ਹੀ ਆਊਗਾ ਉਦੋਂ ਪਤਾ ਚੱਲਣਾ ਹੈ ਕਿ ਪੇਪਰ ਪਹਿਲਾਂ ਹੋਊਗਾ ਜਾਂ ਫਿਜ਼ੀਕਲ ਪਹਿਲਾਂ ਹੋਊਗਾ। ਸੋ ਬਟ ਤਿਆਰੀ ਆਪਾਂ ਨੇ ਦੋਨਾਂ ਨੂੰ ਪੈਰਲਲ ਲੈ ਕੇ ਕਰਨੀ ਹੈ, ਕਿਉਂਕਿ ਜਿਹੜੀ ਫਿਜ਼ੀਕਲ ਟੈਸਟ ਹੈ ਜਿਹੜਾ ਉਹ ਆਪਾਂ ਉੱਦਾਂ ਵੀ ਡੇਲੀ ਵਰਕ ਦੇ ਵਿੱਚ ਆਪਾਂ ਕਰਨਾ ਹੁੰਦਾ ਥੋੜ੍ਹਾ ਬਹੁਤਾ ਆਪਣੀ ਫਿਟਨੈਸ ਦੇ ਲਈ, ਹੈ ਨਾ। ਸੋ ਉਹ ਜਿਹੜਾ ਜਿੱਦਾਂ ਜੰਪ ਵਗੈਰਾ ਦਾ ਥੋੜ੍ਹਾ ਪ੍ਰੋਬਲਮ ਆ ਜਾਂਦੀ ਹੈ, ਤਾਂ ਉਹ ਪਹਿਲਾਂ ਹੀ ਆਪਾਂ ਥੋੜ੍ਹਾ ਨਾਲ ਕਰਦੇ ਰਹੀਏ। ਸੋ ਆਪਾਂ ਨੂੰ ਪ੍ਰੋਬਲਮ ਨਹੀਂ ਆਉਣੀ ਉਸ ਟਾਈਮ 'ਤੇ ਜਾ ਕੇ। ਅਤੇ ਰਿਟਨ ਐਗਜ਼ਾਮ ਦਾ ਵੀ ਇੱਦਾਂ ਹੀ ਆ, ਜੇ ਆਪਾਂ ਹੁਣ ਪ੍ਰੀਪਰੇਸ਼ਨ ਸਟਾਰਟ ਕਰਾਂਗੇ ਸੋ ਆਪਾਂ ਨੂੰ ਹੌਲੀ ਹੌਲੀ ਕਰਦੇ ਆਪਣਾ ਕਵਰ ਅਪ ਉਦੋਂ ਤੱਕ ਹੋ ਜਾਊਗਾ, ਕਿ ਤਾਂ ਕਿ ਆਪਾਂ ਨੂੰ ਉਸ ਟਾਈਮ ਐਗਜ਼ਾਮ ਟਾਈਮ ਟੈਨਸ਼ਨ ਨਾ ਹੋਵੇ। ਸੋ ਆਪਾਂ ਜਿਹੜਾ ਹੈਗਾ ਸਟਾਰਟ ਕਰਦੇ ਹਾਂ ਹੁਣ ਵੀ ਇਹਦੇ 'ਚ ਕੀ ਕੁਛ ਹੁੰਦਾ। ਪਹਿਲਾਂ ਤਾਂ ਇਹਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ। ਇੱਕ ਤਾਂ ਰਿਟਨ ਐਗਜ਼ਾਮ ਹੋਣਾ। ਰਿਟਨ ਐਗਜ਼ਾਮ ਜਿਹੜਾ ਹੈਗਾ ਉਹ MCQ ਬੇਸਡ ਹੁੰਦਾ, ਜਿਹਨੂੰ ਆਪਾਂ 4 ਆਪਸ਼ਨਾਂ ਨਾਲ ਕਹਿੰਦੇ ਹਾਂ ਵੀ ਟਿਕ ਮਾਰ ਵਾਲੀ ਕੁਐਸਚਨ ਜਿਹੜਾ ਹੈਗਾ ਉਹ ਹੋਣਾ। ਸੋ ਇਹਦਾ ਇਹ ਨਹੀਂ ਪਤਾ ਕਿ 100 ਕੁਐਸਚਨ ਆਉਣੇ ਆ, 120 ਆਉਣੇ ਆ, ਉਹ ਹਜੇ ਨੋਟੀਫਿਕੇਸ਼ਨ ਆਉਣ 'ਤੇ ਹੀ ਪਤਾ ਚੱਲੂਗਾ। ਸੋ ਜਿਹੜੇ ਪੇਪਰ ਦੀ ਲੈਂਗੁਏਜ ਹੈ ਉਹ ਪੰਜਾਬੀ ਦੇ ਵਿੱਚ ਤਾਂ ਆਈ ਥਿੰਕ ਹੋਣੀ ਹੈ, ਪੰਜਾਬੀ ਅਤੇ ਇੰਗਲਿਸ਼ ਦੋਨਾਂ 'ਚ ਹੀ ਪੇਪਰ ਹੋਊਗਾ। ਅਤੇ ਜਿਹੜਾ ਫਿਜ਼ੀਕਲ ਫਿਟਨੈਸ ਟੈਸਟ ਹੈ ਜਿਹੜਾ ਉਹ ਆਪਣੇ ਟਰਾਇਲ ਹੁੰਦੇ ਆ, ਜਿੱਦਾਂ ਕਿ ਆਪਣਾ ਰਨਿੰਗ ਵਗੈਰਾ ਹੋ ਗਿਆ, ਹਾਈ ਜੰਪ ਵਗੈਰਾ ਹੋ ਗਿਆ, ਉਹ ਹੁੰਦਾ। ਉਹਦੇ ਵਿੱਚ ਕੀ ਹੁੰਦਾ, ਆਪਾਂ ਮਤਲਬ ਕਿ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਟਾਰਟਿੰਗ ਦੇ ਵਿੱਚ ਵੀ ਏਜ ਕਿੰਨੀ ਚਾਹੀਦੀ ਹੈ, ਏਜ ਰਿਕੁਆਇਰਮੈਂਟ ਕੀ ਚਾਹੀਦੀ ਹੈ। ਸੋ ਏਜ ਜਿਹੜਾ ਹੈਗਾ ਜਰਨਲ ਦੇ ਲਈ 18 ਤੋਂ ਲੈ ਕੇ 28 ਸਾਲ ਦੀ ਹੈ। ਤੋ ਜਿਹੜੇ ਸ਼ਡਿਊਲ ਕਾਸਟ ਅਤੇ ਬੈਕਵਰਡ ਕਲਾਸਿਸ ਨੇ ਉਹਨਾਂ ਦੇ ਲਈ 5 ਸਾਲ ਦੀ ਰਿਲੈਕਸੇਸ਼ਨ ਹੈ। ਸੋ ਇਹਦਾ ਮੈਂ ਕਿਸੇ ਤੋਂ ਕਨਫਰਮ ਕੀਤਾ ਸੀਗਾ, ਮੈਨੂੰ ਦੱਸਿਆ ਸੀ ਕਹਿੰਦੇ ਵੀ ਜਿਹੜਾ ਰਿਲੈਕਸੇਸ਼ਨ ਵਾਲੀ ਹੁੰਦਾ ਇਹਦਾ ਕੋਈ ਸਰਟੀਫਿਕੇਟ ਬਣਦਾ, ਤਾਂ ਹੀ ਮਤਲਬ ਜਿਹੜੀ ਰਿਲੈਕਸੇਸ਼ਨ ਆਪਾਂ ਨੂੰ ਮਿਲਦੀ ਹੈ। ਇਹਦਾ ਸੇਵਾ ਕੇਂਦਰ ਦੇ ਵਿੱਚੋਂ ਆਪਾਂ ਨੂੰ ਰਿਲੈਕਸੇਸ਼ਨ ਦਾ ਸਰਟੀਫਿਕੇਟ ਬਣਾਉਣਾ ਪੈਂਦਾ। ਸੋ ਤਾਂ ਹੀ ਆਪਾਂ ਨੂੰ ਉਹ ਅਪਲਾਈ ਕਰਕੇ ਤਾਂ ਹੀ ਆਪਾਂ ਨੂੰ 5 ਈਅਰ ਦੀ ਜਿਹੜੀ ਰਿਲੈਕਸੇਸ਼ਨ ਆ ਉਹ ਮਿਲਦੀ ਹੈ। ਸੋ ਜਿਹੜੀ ਐਕਸ ਸਰਵਿਸਮੈਨ ਦੇ ਲਈ 3 ਸਾਲਾਂ ਦਾ ਹੈਗਾ,
कि 3 ਸਾਲ ਦੀ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਹੈ। ਸੋ ਏਜ ਦਾ ਤਾਂ ਇਹ ਹੈ ਕਿ 18 ਸਾਲ ਦਾ ਇਨਸਾਨ ਜਦੋਂ ਹੋ ਗਿਆ, ਸੋ 28 ਸਾਲ ਤੱਕ ਦਾ ਜਨਰਲ ਕੈਟਾਗਰੀ ਦਾ ਅਤੇ ਅਪਲਾਈ ਕਰ ਸਕਦਾ। ਅਤੇ ਉਸ ਤੋਂ ਬਾਅਦ ਜਿਹੜਾ ਸ਼ਡਿਊਲ ਕਾਸਟ ਅਤੇ ਬੈਕਵਰਡ ਕਲਾਸਿਸ ਆ ਉਹਨਾਂ ਨੂੰ 5 ਸਾਲ ਦੀ 28 ਸਾਲ ਤੋਂ ਬਾਅਦ ਮਤਲਬ 5 ਸਾਲ ਹੋਰ ਐਡ ਕਰ ਦਿਓ, ਉਹਨਾਂ ਨੂੰ ਰਿਲੀਫ ਮਿਲੂਗੀ ਕਿ ਉਹਨਾਂ ਨੂੰ ਰਿਲੈਕਸੇਸ਼ਨ ਮਿਲੂਗੀ ਇਸ ਚੀਜ਼ ਦੀ। ਅਤੇ ਐਕਸ ਸਰਵਿਸਮੈਨ ਨੂੰ ਜਿਹੜੀ ਹੈਗੀ ਉਹ 3 ਸਾਲ ਦੀ ਹੈ। ਅਤੇ ਨੈਕਸਟ ਜਿਹੜਾ ਹੈਗਾ ਆਪਣਾ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ। ਕੁਆਲੀਫਿਕੇਸ਼ਨ ਦੇ ਲਈ ਜਿਹੜਾ ਹੈਗਾ ਆਪਣਾ ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਹੈ ਉਹ +2 ਹੀ ਹੋਣੀ ਚਾਹੀਦੀ ਹੈ। ਕਿ ਕਈ ਕਰਦੇ ਵੀ ਸਰ ਇੱਦਾਂ ਕਰਕੇ ਮੇਰੀ ਗ੍ਰੈਜੂਏਸ਼ਨ ਹੈ, ਮੇਰੀ MA ਹੈ, ਇੱਦਾਂ ਕਰਕੇ ਉਹਦਾ ਕੋਈ ਇਸ਼ੂ ਨਹੀਂ ਹੈ। ਬਟ ਤੁਹਾਡੀ ਮਿਨੀਮਮ ਟੂ ਮਿਨੀਮਮ ਜਿਹੜੀ ਹੈਗੀ ਉਹ ਰਿਕੁਆਇਰਮੈਂਟ +2 ਹੀ ਹੈ। +2 ਦੇ ਵਿੱਚ ਆਪਾਂ ਜਾਂ 10th ਦੇ ਵਿੱਚ ਆਪਣੇ ਕੋਲ ਕੰਪਲਸਰੀ ਜਿਹੜੀ ਹੈਗੀ ਉਹ ਪੰਜਾਬੀ ਹੋਣੀ ਜ਼ਰੂਰ ਹੈ, ਕਿ ਤੁਸੀਂ ਪੰਜਾਬੀ ਦਾ ਸਬਜੈਕਟ ਜਿਹੜਾ ਲਿਆ ਹੋਣਾ ਚਾਹੀਦਾ। ਜਿੱਦਾਂ ਕਿ +2 ਦੇ ਵਿੱਚ ਇਲੈਕਟਿਵ ਹੁੰਦਾ, 10th ਦੇ ਵਿੱਚ ਆਪਣੀ ਕੰਪਲਸਰੀ ਹੁੰਦੀ ਹੈ ਪੰਜਾਬੀ ਕੰਪਲਸਰੀ, ਸੋ ਉਹਦਾ ਹੋਣਾ ਜ਼ਰੂਰੀ ਹੈ। ਸੋ ਜਿਨ੍ਹਾਂ ਨੇ ਨਹੀਂ ਵੀ ਪੰਜਾਬੀ ਸੀਗੀ, ਜਿਨ੍ਹਾਂ ਨੇ +2 'ਚ ਵੀ ਨਹੀਂ ਪੜ੍ਹੀ, 10th 'ਚ ਵੀ ਨਹੀਂ ਪੜ੍ਹੀ, ਸੋ ਉਹਦਾ ਐਡੀਸ਼ਨਲ ਪੇਪਰ ਹੁੰਦਾ ਇੱਕ, ਜਿਹੜਾ ਕਿ ਤੁਸੀਂ PSB ਬੋਰਡ ਤੋਂ ਕਨਫਰਮ ਕਰ ਲਿਓ ਕਿ ਕਦੋਂ ਐਡੀਸ਼ਨਲ ਜਿਹੜੇ ਪੇਪਰ ਨੇ ਹੈ ਉਹ ਹੁੰਦੇ ਆ। ਸੋ ਤੁਸੀਂ ਉਹਦੇ ਬੇਸਿਸ 'ਤੇ ਇਹ ਚੀਜ਼ ਪਤਾ ਕਰ ਲਓ ਕਿ ਐਡੀਸ਼ਨਲ ਜਿਹੜਾ ਪੇਪਰ ਹੈਗਾ ਤੁਸੀਂ ਪੰਜਾਬੀ ਦਾ ਦੇ ਕੇ ਉਦੋਂ ਤੱਕ ਹੀ ਤੁਸੀਂ ਇਹ ਕਲੀਅਰ ਕਰ ਲਓ ਕਿ ਪੰਜਾਬੀ ਦਾ ਤੁਹਾਡਾ ਪੇਪਰ ਵਾਲਾ ਇਸ਼ੂ ਖਤਮ ਹੋ ਜਾਏ, ਕੰਪਲਸਰੀ ਵਾਲਾ। ਅਤੇ ਹੁਣ ਜਿਹੜਾ ਹੈਗਾ ਆਪਾਂ ਇਹਦੇ ਪ੍ਰੋਸੈਸ ਦੀ ਗੱਲ ਕਰਦੇ ਹਾਂ ਕਿ ਫਿਜ਼ੀਕਲ ਟਰਾਇਲ ਦੇ ਬਾਰੇ, ਕਿ ਉਹਦੇ 'ਚ ਕੀ ਕੁਛ ਹੁੰਦਾ। ਫਿਜ਼ੀਕਲ ਟਰਾਇਲ ਜਿਹੜਾ ਹੈਗਾ ਉਹਦੇ 'ਚ ਫਿਜ਼ੀਕਲ ਟੈਸਟ ਹੋਣਾ ਜਦੋਂ, ਉਸ ਤੋਂ ਪਹਿਲਾਂ ਜਿਹੜੀ ਹੈਗੀ ਆ ਮਤਲਬ ਕਿ ਹਾਈਟ ਵਗੈਰਾ ਜਿਹੜੀ ਦੇਖੀ ਜਾਣੀ ਹੈ ਨਾ। ਸੋ ਹਾਈਟ ਜਿਹੜੀ ਹੈਗੀ ਆ ਮੇਲਸ ਦੇ ਲਈ 5 ਫੁੱਟ 7 ਇੰਚ ਹੈ ਅਤੇ ਫੀਮੇਲਸ ਦੇ ਲਈ 5 ਫੁੱਟ 3 ਇੰਚ ਹੈ। ਇਹ ਘੱਟੋ ਘੱਟ ਹੈ, ਮੀਨਸ ਕਿ ਇੰਨੀ ਹੋਣੀ ਹੀ ਚਾਹੀਦੀ ਹੈ। ਮੇਲਸ ਦੇ ਲਈ ਜਿਹੜੀ ਹੈਗੀ ਆ 5 ਫੁੱਟ 7 ਇੰਚ ਅਤੇ ਫੀਮੇਲਸ ਦੇ ਲਈ 5 ਫੁੱਟ 3 ਇੰਚ। ਸੋ ਮਿਨੀਮਮ ਰਿਕੁਆਇਰਮੈਂਟ ਹੈ ਇਹ ਕਿ ਇੰਨੀ ਹੀ ਹੋਣੀ ਚਾਹੀਦੀ ਹੈ। ਬਟ ਜਿਹੜੀ ਚੈਸਟ ਹੈ, ਕੁਛ ਚੈਸਟ ਬਾਰੇ ਪੁੱਛ ਰਹੇ ਸੀਗੇ ਸਟੂਡੈਂਟਸ, ਚੈਸਟ ਹਜੇ 2016 ਦੀ ਨੋਟੀਫਿਕੇਸ਼ਨ 'ਚ ਤਾਂ ਕੁਛ ਇਹਦਾ ਹੈ ਨਹੀਂ ਸੀਗਾ ਕਿ ਚੈਸਟ ਬਾਰੇ ਅਬਾਊਟ ਕੁਛ ਪੁੱਛਿਆ ਗਿਆ ਹੋਵੇ ਜਾਂ ਮਤਲਬ ਕਿ ਲਿਆ ਗਿਆ ਹੋਵੇ ਉਹਨਾਂ ਵੱਲੋਂ। ਬਟ ਆਉਣ ਵਾਲਾ ਜਿਹੜਾ ਨਵਾਂ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਹੀ ਜਿੱਦਾਂ ਦਾ ਮੈਂਸ਼ਨ ਹੋਊਗਾ ਤੁਹਾਨੂੰ ਨਾਲ ਦੀ ਨਾਲ ਕਲੀਅਰ ਕੀਤਾ ਜਾਊਗਾ। ਬਟ ਫਿਲਹਾਲ ਮਤਲਬ ਚੈਸਟ ਬਾਰੇ ਅਬਾਊਟ ਕੁਛ ਨਹੀਂ ਕਹਿ ਸਕਦੇ ਕਿ ਕਿੰਨੀ ਹੋਣੀ ਚਾਹੀਦੀ ਹੈ ਕਿੰਨੀ ਨਹੀਂ ਹੈ, ਕਿਉਂਕਿ ਉਹ ਮੈਂਸ਼ਨ ਨਹੀਂ ਸੀਗਾ ਪਹਿਲਾਂ, ਕਿਉਂਕਿ ਉਹਨਾਂ ਨੇ ਪਹਿਲਾਂ ਵਾਲੀ ਭਰਤੀ ਦੇ ਵਿੱਚ ਇਹ ਚੈਸਟ ਬਾਰੇ ਲਿਆ ਨਹੀਂ ਸੀਗਾ ਕੁਛ ਵੀ। ਸੋ ਇਹਦੇ 'ਚ ਜਿਹੜਾ ਫਿਜ਼ੀਕਲ ਸਕਰੀਨਿੰਗ ਟੈਸਟ ਹੋਣਾ, ਜਿਹੜਾ PST ਟੈਸਟ ਹੋਣਾ ਤੁਹਾਡੇ 'ਚ, ਉਹਦਾ ਮੇਲਸ ਦੇ ਲਈ ਜਿਹੜੀ ਹੈਗੀ ਹੈ 1600 ਮੀਟਰ ਜਿਹੜੀ ਰੇਸ ਹੈ ਉਹ 6.5 ਮਿੰਟ ਦੇ ਵਿੱਚ ਆਪਾਂ ਨੇ ਕਵਰ ਕਰਨੀ ਹੈ। ਇੱਕ ਚਾਂਸ ਹੀ ਮਿਲੂਗਾ ਕਿ ਆਪਾਂ 6.5 ਮਿੰਟ ਦੇ ਵਿੱਚ ਜਿਹੜੀ 1600 ਮੀਟਰ ਹੈਗੀ ਆ ਉਹ ਕੰਪਲੀਟ ਕਰਨੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਲੌਂਗ ਜੰਪ ਹੈਗਾ ਉਹ 3.80 ਦਾ ਹੈਗਾ ਮੀਟਰ ਦਾ। ਠੀਕ ਹੈ ਜੀ। ਇਹਦੇ 'ਚ 3 ਚਾਂਸ ਨੇ। 3 ਚਾਂਸ ਮੀਨਸ ਪਹਿਲਾਂ ਤੁਹਾਨੂੰ ਪਹਿਲੀ ਵਾਰੀ ਲਵਾਇਆ ਜਾਊਗਾ, ਜੇ ਤੁਹਾਡਾ ਪਹਿਲੀ ਵਾਰੀ ਕਲੀਅਰ ਹੋ ਗਿਆ ਫਿਰ ਤੁਸੀਂ ਸਿਲੈਕਟ ਕਲੀਅਰ ਹੈ ਤੁਹਾਡਾ। ਠੀਕ ਹੈ ਜੀ। ਜੇ ਤੁਹਾਡਾ ਪਹਿਲੀ ਵਾਰੀ 'ਚ ਕਲੀਅਰ ਨਹੀਂ ਹੋਇਆ, ਮਤਲਬ ਕਿ ਲੌਂਗ ਜੰਪ ਇਕੱਲਾ, ਸੋ ਜਾਂ ਹਾਈ ਜੰਪ, ਜਿੰਨੇ ਵੀ ਜੰਪ ਨੇ 2-2 3-3 ਚਾਂਸਿਸ ਨੇ ਇਹਨਾਂ ਦੇ ਦੋਨਾਂ ਚੀਜ਼ਾਂ ਦੇ। ਸੋ ਜਿਹੜਾ ਲੌਂਗ ਜੰਪ ਹੈ, ਜੇ ਮਤਲਬ ਪਹਿਲੀ ਵਾਰੀ ਕਲੀਅਰ ਹੋ ਗਿਆ ਤਾਂ ਅਦਰਵਾਈਜ਼ ਠੀਕ ਹੈ। ਜੇ ਉਸ ਤੋਂ ਬਾਅਦ ਸੈਕਿੰਡ 'ਚ ਮਤਲਬ ਪਹਿਲੀ ਵਾਰੀ ਨਹੀਂ ਹੋਇਆ, ਫਿਰ ਸੈਕਿੰਡ ਟਾਈਮ ਨਹੀਂ ਹੋਇਆ, ਥਰਡ ਟਾਈਮ ਨਹੀਂ ਹੋਇਆ, ਫਿਰ ਤੁਸੀਂ ਰਿਜੈਕਟ ਹੋ ਜਾਓਗੇ, ਮਤਲਬ ਤੁਹਾਡਾ ਕਲੀਅਰ ਨਹੀਂ ਹੋਊਗਾ। ਮਤਲਬ ਤੁਹਾਨੂੰ ਇਸ ਚੀਜ਼ ਦੇ 3 ਚਾਂਸ ਦਿੱਤੇ ਜਾਣਗੇ। ਉਸ ਤੋਂ ਬਾਅਦ ਜਿਹੜਾ ਹਾਈ ਜੰਪ ਹੈਗਾ ਮੇਲਸ ਦੇ ਲਈ ਉਹ 1.100 ਹੈਗਾ। ਠੀਕ ਹੈ ਜੀ, ਮੀਟਰ। ਉਸ ਤੋਂ ਬਾਅਦ ਜਿਹੜੇ ਹੈਗੇ ਨੇ ਐਕਸ ਸਰਵਿਸਮੈਨ ਨੇ ਉਹਨਾਂ ਲਈ ਹੈਗਾ ਜਿਹੜਾ 1400 ਜਿਹੜੀ ਮੀਟਰ ਹੈਗੀ ਉਹ ਵੋਕ ਹੈ ਵਿਦ ਰਨ ਹੈ। ਸੋ ਉਹਨਾਂ ਨੇ ਵੋਕ ਕਰਨੀ ਹੈ 1400 ਮੀਟਰ ਦੀ 9 ਮਿੰਟ ਦੇ ਵਿੱਚ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਫੀਮੇਲ ਦੇ ਲਈ ਜਿਹੜੀ ਹੈਗੀ ਹੈ ਰਨਿੰਗ ਉਹ 800 ਮੀਟਰ ਹੈ, 4 ਮਿੰਟ ਦੇ ਵਿੱਚ ਕਲੀਅਰ ਕਰਨੀ ਹੈ ਉਹਨਾਂ ਨੇ। ਇੱਕੋ ਹੀ ਚਾਂਸ ਮਿਲੂਗਾ ਗਰਲਸ ਨੂੰ ਵੀ। ਸੋ ਉਹਨਾਂ ਲਈ ਜਿਹੜਾ ਲੌਂਗ ਜੰਪ ਹੈਗਾ ਉਹ 3 ਪੁਆਇੰਟ ਦਾ ਹੈਗਾ, 3 ਮੀਟਰ ਦਾ ਹੈਗਾ, ਉਹਦੇ ਵੀ 3 ਚਾਂਸ ਮਿਲਣੇ ਆ ਗਰਲਸ ਨੂੰ ਵੀ। ਅਤੇ ਹਾਈ ਜੰਪ ਜਿਹੜਾ ਹੈਗਾ 0.95 ਜਿਹੜਾ ਮੀਟਰ ਹੈਗਾ ਉਹ ਆਪਾਂ ਨੂੰ ਲੌਂਗ ਜੰਪ ਜਿਹੜਾ ਹੈਗਾ, ਹਾਈ ਜੰਪ ਜਿਹੜਾ ਹੈਗਾ ਉਹ ਲਾਉਣਾ ਹੈਗਾ। ਠੀਕ ਹੈ ਜੀ। ਇਹਦੇ 3 ਚਾਂਸਿਸ ਨੇ, ਰੇਸ ਦਾ ਇੱਕੋ ਹੀ ਚਾਂਸ ਹੈ। ਸੋ ਦੁਬਾਰਾ ਕਲੀਅਰ ਕਰ ਦੇਣਾ ਕਿ ਜਿਹੜੀ 1600 ਮੀਟਰ ਲੜਕਿਆਂ ਦੇ ਲਈ ਉਹ ਹੈਗੀ 6.5 ਮਿੰਟ ਦੇ ਵਿੱਚ ਇੱਕ ਹੀ ਚਾਂਸ ਮਿਲੂਗਾ। ਲੌਂਗ ਜੰਪ ਜਿਹੜਾ ਹੈਗਾ 3 ਮੀਟਰ 3.80 ਮੀਟਰ ਦਾ ਹੈਗਾ। ਅਤੇ ਹਾਈ ਜੰਪ ਜਿਹੜਾ ਹੈਗਾ 1.0110 ਦਾ ਜਿਹੜਾ ਹੈਗਾ ਉਹ ਹੈ ਹਾਈ ਜੰਪ ਹੈ। ਸੋ ਜਿਹੜੀ ਐਕਸ ਸਰਵਿਸਮੈਨ ਦੇ ਲਈ ਹੈ ਉਹ 1400 ਮੀਟਰ ਜਿਹੜੀ ਉਹਨਾਂ ਨੇ ਵੋਕ ਵਿਦ ਰਨ ਕਰਨਾ। ਅਤੇ ਫੀਮੇਲਸ ਦੇ ਜਿਹੜੀ ਹੈਗੀ ਆ ਉਹ 800 ਮੀਟਰ ਹੈ 4 ਮਿੰਟਾਂ ਦੇ ਵਿੱਚ। ਲੌਂਗ ਜੰਪ ਜਿਹੜਾ ਹੈਗਾ 3 ਮੀਟਰ ਦਾ ਹੈਗਾ। ਅਤੇ ਹਾਈ ਜੰਪ 0.95 ਦਾ ਜਿਹੜਾ ਮੀਟਰ ਦਾ ਹਾਈ ਜੰਪ ਹੈ। ਇਹਦੇ 3 ਚਾਂਸਿਸ ਮਿਲਣਗੇ ਹਰ ਇੱਕ ਨੂੰ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਐਗਜ਼ਾਮ ਦੀ। ਐਗਜ਼ਾਮ ਕਿੱਦਾਂ ਦਾ ਹੋਣਾ, ਜਿਹੜਾ ਵੀ ਆਪਣਾ ਐਗਜ਼ਾਮ ਜਿਹੜਾ ਹੈਗਾ ਉਹਦੇ ਪੈਟਰਨ ਦੀ ਗੱਲ ਕਰਦੇ ਹਾਂ। ਸੋ ਇਹਦੇ 'ਚ ਜਿਹੜਾ ਹੈਗਾ ਐਗਜ਼ਾਮ ਦੇ ਵਿੱਚ ਜਿਹੜੇ ਸਬਜੈਕਟ ਨੇ ਉਹਦੀ ਗੱਲ ਕਰਦੇ ਹਾਂ ਪਹਿਲਾਂ ਆਪਾਂ। ਜਿਹੜਾ ਐਗਜ਼ਾਮ ਆ ਉਹਦੇ 'ਚ ਪਹਿਲਾਂ ਹੈਗੀ ਹੈ ਵੀ GK ਦੇ ਵਿੱਚ GK ਦਾ ਪੋਰਸ਼ਨ ਆਪਾਂ ਨੂੰ ਕੀ ਕੁਛ ਆਊਗਾ।
ਵੀ ਜੀਕੇ ਦਾ ਜਿਹੜਾ ਆਪਣਾ ਰੈਂਡਮ ਜੀਕੇ ਹੁੰਦੀ ਕੀ ਹੈ ਉਹਦੇ ਅਬਾਊਟ। ਕੋਈ ਕਈ ਸਟੂਡੈਂਟਸ ਨੂੰ ਇਹ ਹੀ ਨਹੀਂ ਪਤਾ ਕਿ ਜੀਕੇ ਦੇ ਵਿੱਚ ਕੀ ਪੋਰਸ਼ਨ ਆਉਂਦਾ। ਕਈ ਕੁਐਸਚਨ ਜਿਹੜੇ ਆਪਾਂ ਟੈਲੀਗ੍ਰਾਮ ਦੇ ਵਿੱਚ ਜਿਹੜੇ ਸ਼ੇਅਰ ਕਰਦੇ ਆ ਉਹਨਾਂ ਦਾ ਕਹਿੰਦੇ ਵੀ ਸਟੂਡੈਂਟਸ ਵੀ ਸਾਰੇ ਉਹਦੇ ਲਈ ਵੈਲਿਡ ਹੈ ਕਿਸੇ ਹੋਰ ਐਗਜ਼ਾਮ ਲਈ। ਸੋ ਜੀਕੇ ਜਿਹੜੀ ਹੁੰਦੀ ਹੈ ਉਹ ਸਾਰੇ ਐਗਜ਼ਾਮ ਲਈ ਸੇਮ ਹੀ ਹੁੰਦੀ ਹੈ, ਬਸ ਲੈਵਲ ਜਿਹੜਾ ਹੈਗਾ ਜੀਕੇ ਦਾ ਉਹ ਅਪ ਜਾਂ ਲੋ ਹੋ ਜਾਂਦਾ। ਜਿੱਦਾਂ ਕਿ ਸੀ ਗ੍ਰੇਡ ਤੇ ਡੀ ਗ੍ਰੇਡ ਦੇ ਜਿਹੜਾ ਕਾਂਸਟੇਬਲ ਦਾ ਪੇਪਰ ਹੈ, ਮਤਲਬ ਇਸ ਲਈ ਨੋਰਮਲ ਜੀਕੇ ਆਊਗੀ ਜਿਹਨੂੰ ਆਪਾਂ ਵਨ ਲਾਈਨਰ ਕਹਿੰਦੇ ਆ। ਫੈਕਟ ਆਉਣਗੇ ਟੋਟਲੀ, ਵੀ ਜਿੱਦਾਂ ਇੱਕ ਅੱਖਰ ਦਾ ਵੀ ਕਿਸੇ ਦਾ ਨਾਮ ਪੁੱਛ ਲਿਆ, ਕੋਈ ਡੈਮ ਪੁੱਛ ਲਿਓ ਕਿੱਥੇ ਹੈ, ਇੱਦਾਂ ਦੇ ਹੀ ਕੁਐਸਚਨ ਆਉਣਗੇ। ਸੋ ਮਤਲਬ ਕਿ ਜਿਹੜੇ ਬਿਲਕੁਲ ਫੈਕਚੁਅਲ ਇਨਫੋਰਮੇਸ਼ਨ ਹੈ ਉਹ ਆਊਗੀ। ਸੋ ਇਹਦੇ 'ਚ ਜਿਹੜਾ ਐਗਜ਼ਾਮ ਦਾ ਜੀਕੇ ਦਾ ਪੈਟਰਨ ਹੈ ਜਿਹੜਾ ਉਹ ਹੈਗੀ ਇੰਡੀਅਨ ਪੋਲਿਟੀ ਹੈਗੀ ਇੱਕ ਤਾਂ। ਜਿਹੜੇ ਟੌਪਿਕ ਨੇ ਜੀਐਸ ਦੀ ਗੱਲ ਕਰ ਰਹੇ ਮੈਂ ਹਜੇ ਜਸਟ, ਜਿਹਨੂੰ ਆਪਾਂ ਜਨਰਲ ਸਟੱਡੀ ਕਹਿੰਦੇ ਹਾਂ, ਜੀਕੇ ਕਹਿੰਦੇ ਹਾਂ। ਸੋ ਇਹਦੇ 'ਚ ਪਹਿਲਾ ਟੌਪਿਕ ਹੈ ਇੰਡੀਅਨ ਪੋਲਿਟੀ। ਪੋਲਿਟੀ ਮੀਨਸ ਜਿੰਨਾ ਵੀ ਆਪਣਾ ਕੰਸਟੀਟਿਊਸ਼ਨ ਹੈਗਾ, ਸੰਵਿਧਾਨ ਦੀਆਂ ਜਿੰਨੀਆਂ ਵੀ ਗੱਲਾਂ ਹੈਗੀਆਂ, ਪੰਚਾਇਤ, ਕੰਸਟੀਟਿਊਸ਼ਨ ਆਫ ਇੰਡੀਆ ਕਦੋਂ ਬਣਿਆ, ਕਿਵੇਂ ਬਣਿਆ, ਕੌਣ ਕੌਣ ਸੀਗਾ। ਸੋ ਆਰਟੀਕਲਸ ਨੇ ਜਿਹੜੇ ਆਪਣੇ ਅਨੁਛੇਦ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ ਆਪਾਂ, ਹੈ ਨਾ। ਸੋ ਉਹ ਜਿਹੜੀਆਂ ਹੈਗੀਆਂ ਉਹ ਸਾਰਾ ਇੰਡੀਅਨ ਪੋਲਿਟੀ ਦੇ ਵਿੱਚ ਆ ਜਾਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਜੋਗ੍ਰਾਫੀ ਪਲੱਸ ਇਨਵਾਇਰਮੈਂਟ। ਜੋਗ੍ਰਾਫੀ ਦੇ ਵਿੱਚ ਆਪਾਂ ਮਤਲਬ ਕਿ ਨਾਲ ਹੀ ਆਪਾਂ ਇਨਵਾਇਰਮੈਂਟ ਕਰਨੀ ਹੈ। ਇਨਵਾਇਰਮੈਂਟ ਦਾ ਪੋਰਸ਼ਨ ਜੋਗ੍ਰਾਫੀ ਦੇ ਵਿੱਚ ਹੀ ਕਵਰ ਹੋ ਜਾਂਦਾ। ਜਿੱਦਾਂ ਕਿ ਆਪਾਂ ਰਿਵਰਸ ਹੋ ਗਈਆਂ, ਆਪਣੀਆਂ ਸੋਇਲਸ ਹੋ ਗਈਆਂ, ਡੈਮਸ ਹੋ ਗਈਆਂ, ਤੋਂ ਮੈਪਿੰਗ ਵਗੈਰਾ ਦੇ ਕੁਐਸਚਨ ਵੀ ਉਹ ਚੀਜ਼ ਕਿੱਥੇ ਹੈ ਅਤੇ ਮਿਨਰਲਸ ਕਿੱਥੇ ਮਿਲਦੇ ਨੇ, ਆਪਣੀਆਂ ਜਿਹੜੀਆਂ ਕ੍ਰੌਪਸ ਨੇ, ਫਸਲਾਂ ਨੇ, ਉਹ ਕਿੱਥੇ ਉਗਾਈਆਂ ਜਾਂਦੀਆਂ ਨੇ, ਕਿਹੜੇ 'ਚ ਕਿੰਨੀ ਮਿਲਦੀ ਹੈ, ਕਿਹੜੀ ਸਟੇਟ ਦੇ ਵਿੱਚ ਕਿਹੜਾ ਮਿਨਰਲਸ ਮਿਲਦਾ ਹੈ। ਸੋ ਇੱਦਾਂ ਦੇ ਕੁਐਸਚਨ ਜਿਹੜੇ ਹੈਗੇ ਉਹ ਜੋਗ੍ਰਾਫੀ ਅਤੇ ਇਨਵਾਇਰਮੈਂਟ ਦੇ ਵਿੱਚੋਂ ਕੁਐਸਚਨ ਹੁੰਦੇ ਆ। ਸੋ ਜਿਹੜੀ ਸਾਇੰਸ ਹੈ, ਅੱਗੇ ਆਪਾਂ ਸਾਇੰਸ ਦੀ ਗੱਲ ਕਰਦੇ ਹਾਂ। ਸਾਇੰਸ ਦੇ ਵਿੱਚ 3 ਚੀਜ਼ਾਂ ਹੁੰਦੀਆਂ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓ, ਠੀਕ ਹੈ ਜੀ। ਜਿਹੜੀ ਸਾਇੰਸ ਹੈ, ਸਾਇੰਸ ਦੇ ਵਿੱਚ ਜਿਹੜੇ ਪੰਜਾਬ ਦੇ ਐਗਜ਼ਾਮ ਨੇ ਮੋਸਟਲੀ ਮਤਲਬ ਹੌਟ ਟੌਪਿਕ ਰਹਿੰਦਾ ਪੰਜਾਬ ਦੇ ਐਗਜ਼ਾਮ ਵਾਲਿਆਂ ਦਾ ਸਾਰਿਆਂ ਦਾ, ਕਿ ਸਾਇੰਸ ਮਤਲਬ ਕਾਫੀ ਕੁਐਸਚਨ ਸਾਇੰਸ ਦੇ ਦੇਖਣ ਨੂੰ ਮਿਲਦੇ ਆ। ਸੋ ਜਿੱਦਾਂ ਸਬ ਇੰਸਪੈਕਟਰ ਦਾ ਪੇਪਰ ਹੋਇਆ ਸੀ ਉਹਦੇ 'ਚ ਵੀ ਕਾਫੀ ਕੁਐਸਚਨ ਸੀਗੇ ਸਾਇੰਸ ਦੇ। ਸੋ ਸਾਇੰਸ ਤੁਸੀਂ ਪ੍ਰੋਪਰ ਚੰਗੀ ਤਰ੍ਹਾਂ ਕਰਨੀ ਹੈ। ਸੋ ਉਸ ਤੋਂ ਬਾਅਦ ਇਕਨੋਮਿਕਸ ਹੈ। ਇਕਨੋਮਿਕਸ ਦਾ ਉਹਦੇ ਵਿੱਚ ਹੁੰਦਾ ਕਿ ਆਪਣੀ ਅਰਥ ਸ਼ਾਸਤਰ ਹੈ ਜਿਹੜੀ ਇੰਡੀਆ ਦੀ। ਸੋ ਪੰਜਾਬ ਦੀ ਕੀ ਕੁਛ ਹੋਇਆ, ਕਿਹੜੀਆਂ ਮਤਲਬ ਸਕੀਮਸ ਆਈਆਂ ਗੌਰਮੈਂਟ ਦੀਆਂ ਨਵੀਆਂ, ਅਤੇ ਕਿੰਨੀ ਇੰਪਲੋਇਮੈਂਟ ਹੋਈ, ਕੀ ਕੁਛ ਅਨਇੰਪਲੋਇਮੈਂਟ ਹੈ, ਕਿ ਇੰਨਾ ਕੁਛ ਮਤਲਬ ਕਿੱਥੋਂ ਇਨਕਮ ਹੁੰਦੀ ਹੈ, ਕੀ GST ਹੁੰਦਾ, ਕਿੱਦਾਂ ਟੈਕਸ ਲੱਗਦੇ ਆ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਇਕਨੋਮਿਕਸ ਦੇ ਵਿੱਚ ਹੁੰਦੀਆਂ ਆਪਣੀਆਂ। ਲੇਖਾ ਜੋਖਾ ਜਿੰਨਾ ਵੀ ਹੁੰਦਾ ਲੈਣ ਦੇਣ ਵਾਲਾ, ਗੌਰਮੈਂਟ ਕਿੱਦਾਂ ਚੱਲਦੀ ਹੈ, ਕਿੱਦਾਂ ਪੈਸਾ ਆਉਂਦਾ ਹੈ, ਕਿੱਦਾਂ ਰੈਵਨਿਊ ਜਨਰੇਟ ਹੁੰਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਕਨੋਮਿਕਸ ਦੇ ਵਿੱਚ ਆ ਜਾਂਦੀਆਂ। ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਪੰਜਾਬ ਜੀਕੇ। ਪੰਜਾਬ ਜੀਕੇ ਦੇ ਵਿੱਚ ਜਿੰਨਾ ਵੀ ਪੰਜਾਬ ਦੀ ਹਿਸਟਰੀ ਹੈ, ਪੋਲਿਟੀ ਹੈ, ਇਕਨੋਮਿਕਸ ਹੈ, ਇਹ ਪੰਜਾਬ ਦੀ ਅਲੱਗ ਤੋਂ ਆਪਾਂ ਨੂੰ ਕਰਨੀ ਪੈਣੀ ਹੈ। ਸੋ ਇਹਦੇ 'ਚ ਪੰਜਾਬ ਜੀਕੇ ਆ ਜਾਂਦੇ। ਪੰਜਾਬ ਦੇ ਜਿੰਨੇ ਵੀ ਜਿੰਨੇ ਵੀ ਇੰਪੋਰਟੈਂਟ ਜਿਹੜੇ ਮਿਊਜ਼ੀਅਮ ਨੇ, ਹੋਰ ਜਿੱਦਾਂ ਡੈਮਸ ਨੇ, ਰਿਵਰਸ ਨੇ, ਅਤੇ ਜਿੱਦਾਂ ਵੀ ਹਿਸਟਰੀ ਦੇ ਵਿੱਚ ਆਪਣੇ ਗੁਰੂਜ਼ ਆ ਗਏ ਸਾਰੇ, ਇਹ ਸਾਰਾ ਪੰਜਾਬ ਜੀਕੇ ਦਾ ਪਾਰਟ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕਰੰਟ ਅਫੇਅਰਸ ਦੀ ਗੱਲ ਕਰਦੇ ਹਾਂ। ਕਰੰਟ ਅਫੇਅਰਸ ਜਿਹੜੇ ਹੈਗੇ ਆ ਉਹ 2 ਟਾਈਪ ਦੇ ਕਰਨੇ ਪੈਣੇ ਆਪਾਂ ਨੂੰ। ਇੱਕ ਤਾਂ ਨੈਸ਼ਨਲ ਮੀਨਸ ਕਿ ਪੂਰੇ ਇੰਡੀਆ ਦੇ। ਸੋ ਅਤੇ ਇੱਕ ਹੈਗਾ ਪੰਜਾਬ ਦੇ। ਸੋ ਸਪੈਸ਼ਲੀ ਆਪਾਂ ਨੂੰ ਪੰਜਾਬ ਦੇ ਅਲੱਗ ਤੋਂ ਕਰਨੇ ਪੈਣੇ ਆ। ਕਰੰਟ ਅਫੇਅਰਸ ਦੇ ਵਿੱਚ ਜਿਹੜਾ ਹੈਗਾ ਕਿ ਆਪਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਕਾਂਸਟੇਬਲ ਦੇ ਵਿੱਚ ਹੀ ਪੁੱਛੀਆਂ ਜਾਣੀਆਂ, ਕਿਉਂਕਿ ਕਾਂਸਟੇਬਲ ਇੱਕ ਕੋਈ ਜ਼ਿਆਦਾ ਵੱਡਾ ਪੇਪਰ ਨਹੀਂ ਹੈ। ਸੋ ਇਹਦਾ ਪੇਪਰ ਦਾ ਜਿਹੜਾ ਲੈਵਲ ਹੈਗਾ ਜਿਹੜਾ ਉਹ ਲੋ ਲੈਵਲ ਦਾ ਹੋਣਾ, ਥੋੜ੍ਹਾ ਲੋ ਲੈਵਲ ਕਹਿ ਸਕਦੇ ਹਾਂ ਕਿ ਐਜ਼ ਏ ਕੰਪੈਰੀਜ਼ਨ ਦੂਸਰੇ ਐਗਜ਼ਾਮ ਦੇ ਰਿਲੇਟਡ, ਕਿਉਂਕਿ ਇਹਦੇ 'ਚ ਛੋਟੇ ਛੋਟੇ ਕੁਐਸਚਨ ਹੀ ਆਉਣੇ ਆ। ਸੋ ਇਹਦੇ 'ਚ ਆਪਾਂ ਨੂੰ ਛੋਟੇ ਛੋਟੇ ਕਿਹੜਾ ਕੱਪ ਜੀ ਕਿਹਨੇ ਜਿੱਤਿਆ, ਕਿਹਦਾ ਚੇਅਰਮੈਨ ਕਿਹਨੂੰ ਬਣਾਇਆ। ਸੋ ਇੱਦਾਂ ਦੇ ਜਿਹੜੇ ਕਰੰਟ ਦੇ ਵਿੱਚ ਜਿਹੜਾ ਹੁਣ ਨਿਊਜ਼ ਦੇ ਵਿੱਚ ਸੀਗਾ ਉਹ ਚੀਜ਼ਾਂ ਹੈਗੀਆਂ ਆਪਾਂ ਨੂੰ 5-6 ਮਹੀਨੇ ਦੀਆਂ ਜਿਹੜੀਆਂ ਕਵਰ ਅਪ ਕਰਨੀਆਂ ਨੇ ਉਹ ਕਰੰਟ ਅਫੇਅਰਸ ਦੇ ਵਿੱਚ ਪੰਜਾਬ ਦੀਆਂ ਅਲੱਗ ਤੋਂ ਕਰਨੀਆਂ ਨੇ, ਅਤੇ ਨੈਸ਼ਨਲ ਦੀਆਂ ਇੰਡੀਆ ਦੀਆਂ ਪੂਰੇ ਇੰਡੀਆ ਦੀਆਂ ਉਹ ਅਲੱਗ ਤੋਂ ਕਰਨੀਆਂ ਨੇ, ਠੀਕ ਹੈ ਜੀ। ਜਿੱਦਾਂ ਕਿ ਪੁਰਾਣੇ ਜਿਹੜੇ ਹੁਣ ਐਗਜ਼ਾਮ ਹੋ ਰਹੇ ਆ ਉਹਨਾਂ 'ਚ ਕਰੰਟ ਅਫੇਅਰਸ ਜਿਹੜਾ ਹੈਗਾ ਪੰਜਾਬ ਕਾਫੀ ਪੁੱਛ ਰਿਹਾ। ਸੋ ਇਹ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਰੰਟ ਅਫੇਅਰਸ ਦਾ। ਸੋ ਇਹਨੂੰ ਵੀ ਕਰਨਾ ਬਹੁਤ ਕਾਫੀ ਜ਼ਰੂਰੀ ਹੈ। ਉਸ ਤੋਂ ਬਾਅਦ ਹਿਸਟਰੀ ਦੀ ਗੱਲ ਕਰਦੇ ਹਾਂ। ਹਿਸਟਰੀ 'ਚ ਆ ਜਾਂਦੀ ਹੈ ਐਂਸ਼ੀਅੰਟ ਹਿਸਟਰੀ, ਮੈਡੀਵਲ ਹਿਸਟਰੀ ਅਤੇ ਮਾਡਰਨ ਹਿਸਟਰੀ, ਠੀਕ ਹੈ ਜੀ। ਹਿਸਟਰੀ ਜਿਹੜਾ ਹੈਗਾ ਆਪਣਾ ਪੋਰਸ਼ਨ ਹਿਸਟਰੀ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਐਂਸ਼ੀਅੰਟ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਕੀਤੀ, ਫਿਰ ਉਸ ਤੋਂ ਬਾਅਦ ਮੈਡੀਵਲ ਜਿਹੜੀ ਹੈਗੀ ਹੈ ਕਿ ਆਪਣੇ ਰਾਜੇ ਮਹਾਰਾਜੇ ਆ ਗਏ। ਉਸ ਤੋਂ ਬਾਅਦ ਮਾਡਰਨ ਹਿਸਟਰੀ ਜਿੱਦਾਂ ਕਿ ਨਹਿਰੂ ਗਾਂਧੀ ਹੋਰੀ ਸਾਰੇ ਜਿਹੜਾ ਵੀ ਸਿਸਟਮ ਇਹਨਾਂ ਦਾ ਹੈਗਾ ਉਹ ਮਾਡਰਨ ਹਿਸਟਰੀ ਦੇ ਵਿੱਚ ਆ ਜਾਂਦੇ ਆ। ਸੋ ਜਿਹੜੇ ਇਹ ਹੈਗੇ ਆਪਾਂ ਮਤਲਬ ਪ੍ਰੋਪਰ ਵੇ ਦੇ ਨਾਲ ਆਪਾਂ ਹੁਣ ਤੋਂ ਹੀ ਤਿਆਰ ਕਰਨ ਲੱਗਾਂਗੇ ਤਾਂ ਮਤਲਬ ਕਿ ਕਵਰ ਅਪ ਉਦੋਂ ਤੱਕ ਹੋ ਜਾਊਗਾ, ਕਿਉਂਕਿ ਚੀਜ਼ਾਂ ਛੋਟੀਆਂ ਛੋਟੀਆਂ ਨੇ। ਸੋ ਯਾਦ ਕਰਨੀ ਥੋੜ੍ਹੀ ਪ੍ਰੋਬਲਮ ਆ ਜਾਂਦੀ ਹੈ। ਸੋ ਜੇ ਆਪਾਂ ਹੁਣੀ ਹੀ ਨਾਲ ਕਰਾਂਗੇ ਤਾਂ ਰਿਵੀਜ਼ਨ ਵੀ ਬਹੁਤ ਸੋਹਣੀ ਹੋ ਜਾਣੀ ਹੈ। ਸੋ ਨਾਲ ਦੀ ਨਾਲ ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਸਟਾਰਟ ਕਰ ਦਿਓ। ਸੋ ਆਪਾਂ ਵੀ ਸਟਾਰਟ ਕਰ ਰਹੇ ਹਾਂ, ਤੁਹਾਨੂੰ ਸਟੱਡੀ ਪਲਾਨ ਵੀ ਦੇ ਰਹੇ ਹਾਂ ਕਿ ਕਿੱਦਾਂ ਆਪਾਂ ਕਿਵੇਂ ਵਰਕ ਕਰਾਂਗੇ, ਕਿੱਦਾਂ ਕਿਹੜੀਆਂ ਕਲਾਸਿਸ ਨੇ ਜਿਹੜੀਆਂ ਆਪਣੀ ਇਸ YouTube ਚੈਨਲ ਦੇ ਉੱਪਰ ਆਉਣੀਆਂ। ਤੋ ਤੁਸੀਂ ਇਸ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਓ ਅਤੇ ਨਾਲ ਬੈਲ ਆਈਕਨ ਨੱਪ ਲਓ, ਕਿਉਂਕਿ ਇਸ ਦੇ ਉੱਤੇ ਜਿੰਨਾ ਵੀ ਸਟੱਡੀ ਮਟੀਰੀਅਲ ਹੈ ਸਾਰਾ ਆਪਾਂ ਇਹਦੇ ਉੱਤੇ ਤਿਆਰੀ ਤੁਹਾਨੂੰ ਕਰਵਾਵਾਂਗੇ ਇਸ ਚੈਨਲ ਦੇ ਉੱਤੇ, ਟਾਰਗੇਟ ਆਫ ਪੰਜਾਬ ਐਗਜ਼ਾਮਸ। ਸੋ ਇਹਦੇ ਉੱਤੇ ਮਤਲਬ ਜਿਹੜੀਆਂ ਵੀਡੀਓਜ਼ ਨੇ ਆਪਾਂ ਬਸ 1-2 ਜਿਹੜੀਆਂ ਵੀਡੀਓਜ਼ ਹੋਰ ਅਪਲੋਡ ਕਰਨੀਆਂ, ਜਿੱਦਾਂ ਸਬ ਇੰਸਪੈਕਟਰ ਵਗੈਰੇ ਆਪਾਂ ਦੱਸਣਾ ਵੀ ਕਿੱਦਾਂ ਕੀ ਪੇਪਰ ਦੇ ਵਿੱਚ ਹੁੰਦਾ, ਇੱਦਾਂ ਹੀ ਆਪਾਂ ਸਬ ਇੰਸਪੈਕਟਰ ਲਈ ਸੈਪਰੇਟ ਵੀਡੀਓ ਬਣਾਵਾਂਗੇ। ਸੋ 1-2 ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਆਪਣਾ ਮਤਲਬ ਇਹ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਇਹ ਦੇ ਰਹੇ ਹਾਂ। ਸੋ ਆਪਾਂ ਸਟਾਰਟ ਕਰ ਰਹੇ ਹਾਂ 1-2 ਦਿਨਾਂ ਦੇ ਵਿੱਚ ਆਪਣੀ ਸਟੱਡੀ ਪਲਾਨ ਵੀ ਟੌਪਿਕ ਵਾਈਜ਼, ਜਿੱਦਾਂ ਪੋਲਿਟੀ ਆਪਾਂ ਕਰਵਾਵਾਂਗੇ ਤੁਹਾਨੂੰ, ਜੋਗ੍ਰਾਫੀ ਕਰਵਾਵਾਂਗੇ, ਸਾਇੰਸ ਕਰਵਾਵਾਂਗੇ, ਇਕਨੋਮਿਕਸ, ਪੰਜਾਬ ਜੀਕੇ, ਇਹ ਟੌਪਿਕ ਵਾਈਜ਼ ਆਪਾਂ ਵੀਡੀਓਜ਼ ਤਿਆਰ ਕਰਾਂਗੇ
ਸਾਰੀਆਂ ਕਿ ਤਾਂ ਕਿ ਜੋ ਤੁਹਾਨੂੰ ਬੁੱਕਸ ਦੇ ਨਾਲ ਜਿਹੜਾ ਤੁਸੀਂ ਸਾਡੀਆਂ ਵੀਡੀਓਜ਼ ਦੇਖ ਕੇ ਵੀ ਹੈ ਨਾ ਇੰਪੋਰਟੈਂਟ ਕੀ ਹੁੰਦਾ, ਕਿੱਦਾਂ ਪੜ੍ਹਨਾ ਹੈ, ਉਹ ਸਾਰਾ ਪ੍ਰੋਸੈਸ ਆਪਾਂ ਉਹਦੇ 'ਚ ਡਿਸਕਸ਼ਨ ਕਰਿਆ ਕਰਾਂਗੇ। ਸੋ ਤੁਸੀਂ ਇਸ YouTube ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਓ ਅਤੇ ਆਪਣਾ ਟੈਲੀਗ੍ਰਾਮ ਜਿਹੜਾ ਚੈਨਲ ਹੈਗਾ ਉਹਦੇ 'ਤੇ ਵੀ ਉਹਨੂੰ ਵੀ ਜੁਆਇਨ ਕਰ ਲਓ। ਸੋ ਜਿੰਨੀਆਂ ਵੀ ਅਪਡੇਟਸ ਹੁੰਦੀਆਂ ਨੇ ਟੈਲੀਗ੍ਰਾਮ 'ਤੇ ਵੀ ਦਿੱਤੀਆਂ, ਨੋਟਸ ਸ਼ੇਅਰ ਕੀਤੇ ਜਾਂਦੇ ਤੁਹਾਡੇ ਨਾਲ ਉੱਥੇ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਸੀਂ ਕਰ ਲਓ। ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਗੱਲ ਕਰਦੇ ਹਾਂ ਮੈਥਸ ਅਤੇ ਰੀਜ਼ਨਿੰਗ ਦੀ। ਅਤੇ ਮੈਥਸ ਜਿਹੜਾ ਰੀਜ਼ਨਿੰਗ ਹੈ ਆਪਣੀ one second। ਹਾਂਜੀ, ਮੈਥਸ ਜਿਹੜੀ ਰੀਜ਼ਨਿੰਗ ਹੈ ਇਹ ਇੰਪੋਰਟੈਂਟ ਹੈ ਕਿਉਂਕਿ ਇਹਦਾ ਕਾਫੀ ਪੋਰਸ਼ਨ ਇਹਦੇ 'ਚੋਂ ਵੀ ਕਵਰ ਅਪ ਹੋ ਜਾਂਦਾ। ਸੋ ਇਹ ਟੌਪਿਕ ਨੇ ਜਿਹੜੇ ਮੇਨ ਆਪਾਂ ਨੇ ਕਰਨੇ ਹੀ ਕਰਨੇ ਨੇ। ਸੋ ਜਿਨ੍ਹਾਂ 'ਚੋਂ ਪੇਪਰ ਦੇ ਵਿੱਚ ਆਉਣੇ ਹੀ ਆਉਣੇ ਨੇ ਇਹ ਟੌਪਿਕ ਜਿਹੜੇ ਹੈਗੇ ਨੇ, ਜਿਹੜੇ ਸਿੰਪਲੀ ਤੁਹਾਨੂੰ ਇਹ ਪੱਕਾ ਹੀ ਕਰਨੇ ਨੇ। ਸੋ ਕਿਉਂਕਿ ਟੌਪਿਕ ਵੈਸੇ ਤਾਂ ਮੈਥ ਦੇ ਕਾਫੀ ਟੌਪਿਕ ਨੇ, ਪਰ ਜਿਹੜੇ ਹੌਟ ਟੌਪਿਕ ਨੇ ਪੰਜਾਬ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਆਲਰੇਡੀ, ਸੋ ਉਹਨਾਂ ਟੌਪਿਕ ਦੇ ਉੱਤੇ ਹੀ ਜ਼ਿਆਦਾ ਆਪਾਂ ਨੇ ਵਰਕ ਕਰਨਾ, ਕਿਉਂਕਿ ਜਿਹੜੇ ਸਟੂਡੈਂਟਸ ਨੂੰ ਮੈਥ ਨਹੀਂ ਆਉਂਦਾ, ਪ੍ਰੋਬਲਮ ਹੁੰਦੀ ਹੈ ਨਾ, ਸੋ ਇੰਨੇ ਕੁ ਟੌਪਿਕ ਤਾਂ ਉਹ ਕਰਕੇ ਹੀ ਜਾਣ ਤਾਂ ਕਿ ਜਿਹੜਾ ਉਹਨਾਂ ਨੂੰ ਐਗਜ਼ਾਮ ਦੇ ਵਿੱਚ ਪ੍ਰੋਬਲਮ ਨਾ ਕ੍ਰੀਏਟ ਹੋਵੇ। ਸੋ ਇਹ ਟੌਪਿਕ ਨੇ ਜਿਹੜੇ ਮੈਥਸ ਅਤੇ ਰੀਜ਼ਨਿੰਗ ਦੇ, ਇਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਵੀਡੀਓ ਪਾਜ਼ ਕਰਕੇ। ਸੋ ਮੈਂ ਇੱਕ ਵਾਰੀ ਅਨਾਊਂਸ ਕਰ ਦਿੰਦਾ ਕਿਹੜੇ ਨੇ। ਅਤੇ ਨੰਬਰ ਸਿਸਟਮ ਹੋ ਗਿਆ, ਜਿੱਦਾਂ ਕਿ ਆਪਣਾ ਨੰਬਰ ਸੀਰੀਜ਼ ਹੋ ਗਿਆ, ਸਿੰਪਲੀਫਿਕੇਸ਼ਨ ਹੋ ਗਿਆ, LCM ਅਤੇ HCF ਹੋ ਗਿਆ, ਐਵਰੇਜ ਹੋ ਗਿਆ, ਰੇਸ਼ੋ ਪ੍ਰਪੋਰਸ਼ਨ ਹੋ ਗਿਆ, ਪਰਸੈਂਟੇਜ ਹੋ ਗਿਆ, ਟਾਈਮ ਐਂਡ ਵਰਕ ਹੋ ਗਿਆ, ਟਾਈਮ ਐਂਡ ਡਿਸਟੈਂਸ ਹੋ ਗਿਆ, ਪ੍ਰੋਬਲਮ ਆਫ ਏਜ ਹੋ ਗਿਆ, ਪ੍ਰੋਫਿਟ ਐਂਡ ਲੋਸ ਹੋ ਗਿਆ, ਇੰਟਰਸਟ ਰੇਟ ਹੋ ਗਿਆ। ਸੋ ਟ੍ਰੇਨ ਇੱਦਾਂ ਕਰਕੇ ਜਿਹੜੇ ਮੈਥ ਦੇ ਜਿਹੜੇ 5-10 ਟੌਪਿਕ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪ੍ਰੀਪੇਅਰ ਕਰਨਾ ਤਾਂ ਕਿ ਜਿਹੜੀ ਤੁਹਾਨੂੰ ਐਗਜ਼ਾਮ ਦੇ ਟਾਈਮ ਜਿਹੜੀ ਹੈਗੀ ਆ ਪ੍ਰੋਬਲਮ ਨਾ ਆਵੇ, ਕਿਉਂਕਿ ਇਹ ਜਿਹੜੇ ਹੈਗੇ ਬੇਸਿਕ ਟੌਪਿਕ ਨੇ ਜਿਹੜੇ ਇਹ ਆਪਣੀ ਨੋਰਮਲ ਲਾਈਫ ਦੇ ਵਿੱਚ ਵੀ ਇੰਪਲੀਮੈਂਟ ਹੁੰਦੇ ਹੀ ਹੁੰਦੇ ਨੇ। ਸੋ ਇਹਨਾਂ ਬਾਰੇ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ, ਕਿਉਂਕਿ ਐਗਜ਼ਾਮ ਦੇ ਵਿੱਚ 5-10 ਕੁਐਸਚਨ ਤਾਂ 5-10 ਕੁਐਸਚਨ ਤਾਂ ਨੋਰਮਲੀ ਨੇ ਕਿ ਪੰਜਾਬ ਮੈਥ ਦੇ ਵਿੱਚੋਂ ਪੁੱਛੂਗਾ, ਇਸ ਤੋਂ ਜ਼ਿਆਦਾ ਵੀ ਹੋ ਸਕਦਾ, ਬਟ ਆਪਾਂ ਮਿਨੀਮਮ ਟੂ ਮਿਨੀਮਮ ਲਾ ਕੇ ਚੱਲੀਏ ਸੋ ਮੈਥ ਦੇ ਇੰਨੇ ਕੁਐਸਚਨ ਆ ਹੀ ਜਾਣੇ ਆ। ਸੋ ਮੈਥ ਕਰਨਾ ਜ਼ਰੂਰੀ ਹੈ। ਸੋ ਇਹ ਟੌਪਿਕ ਨੇ, ਜੇ ਜਿਹਨਾਂ ਨੂੰ ਮੈਥ ਜਿਹੜਾ ਵੀਕ ਹੈ ਸੋ ਇੰਨੇ ਕੁ ਟੌਪਿਕ ਤਾਂ ਜ਼ਰੂਰ ਕਰਨ, ਮੈਥ ਦਿਓ। ਸੋ ਇਹਦਾ ਸਕਰੀਨਸ਼ਾਟ ਲੈ ਲਿਓ। ਅਤੇ ਰੀਜ਼ਨਿੰਗ ਦੇ ਟੌਪਿਕ ਵੀ ਨਾਲ ਦਿੱਤੇ ਹੋਏ ਨੇ ਤੁਹਾਨੂੰ, ਜਿੱਦਾਂ ਕਿ ਕੋਡਿੰਗ ਡੀਕੋਡਿੰਗ ਹੋ ਗਿਆ, ਬਲੱਡ ਰਿਲੇਸ਼ਨ ਹੋ ਗਿਆ, ਕਲੌਕ ਹੋ ਗਿਆ, ਕੈਲੰਡਰ ਹੋ ਗਿਆ, ਡਾਇਰੈਕਸ਼ਨ ਹੋ ਗਿਆ, ਸਲੋਗਿਜ਼ਮ ਹੋ ਗਿਆ, ਵੈਨ ਡਾਇਗਰਾਮ ਹੋ ਗਿਆ, ਆਰਡਰ ਐਂਡ ਰੈਂਕਿੰਗ ਹੋ ਗਿਆ, ਸੀਟਿੰਗ ਅਰੇਂਜਮੈਂਟ ਹੋ ਗਿਆ, ਫਿਗਰ ਕਾਊਂਟਿੰਗ ਹੋ ਗਿਆ, ਮਿਰਰ ਇਮੇਜ ਹੋ ਗਿਆ, ਕਿਊਬ ਐਂਡ ਡਾਈਸ ਹੋ ਗਿਆ, ਸਟੇਟਮੈਂਟ ਬੇਸਡ ਕੁਐਸਚਨ ਹੁੰਦੇ ਨੇ, ਐਨਾਲੋਗੀ ਦੇ ਕੁਐਸਚਨ। ਇਹ ਸੌ ਟੌਪਿਕ ਜਿਹੜੇ ਹੈਗੇ ਆ ਰੀਜ਼ਨਿੰਗ ਦੇ, ਤੁਸੀਂ ਕਹਿਣਾ ਵੀ ਇੰਨੇ ਟੌਪਿਕ ਦਿੱਤੇ, ਬਟ ਇਹ ਕੋਈ ਟੌਪਿਕ ਇੰਨਾ ਜ਼ਿਆਦਾ ਕੋਈ ਟਫ ਨਹੀਂ ਹੈਗੇ। ਜਿਨ੍ਹਾਂ ਨੂੰ ਨਹੀਂ ਵੀ ਕਦੇ ਕੀਤਾ ਉਹ ਜਸਟ YouTube ਦੇ ਉੱਤੇ ਇਹ ਜਿੱਦਾਂ ਕਿ ਕੋਡਿੰਗ ਡੀਕੋਡਿੰਗ ਹੈ ਨਾ, ਤੁਸੀਂ ਸਰਚ ਕਰੋਗੇ ਰੀਜ਼ਨਿੰਗ, ਸੋ ਤੁਹਾਨੂੰ ਉਹਦਾ ਲੈਕਚਰ ਵਗੈਰਾ ਤੁਹਾਨੂੰ ਮਿਲ ਜੂਗਾ। ਵੈਸੇ ਆਪਾਂ ਵੀ ਕਰਵਾਵਾਂਗੇ ਆਪਣੇ ਚੈਨਲ 'ਤੇ, ਪਰ ਜਿਨ੍ਹਾਂ ਨੇ ਪਹਿਲਾਂ ਤੋਂ ਸਟਾਰਟ ਕਰਨਾ ਆਪਣਾ, ਜਿਨ੍ਹਾਂ ਨੇ ਆਪਣਾ ਪ੍ਰੋਪਰ ਵਧੀਆ ਮਤਲਬ ਟੌਪਿਕ ਵਾਈਜ਼ 'ਤੇ ਲੱਗੇ ਹੋਏ ਨੇ, ਸੋ ਇਹਨਾਂ ਟੌਪਿਕਾਂ ਨੂੰ, ਇਹ ਹੌਟ ਟੌਪਿਕ ਨੇ ਜਿਹੜੇ ਕਿ ਪੰਜਾਬ ਦੇ ਐਗਜ਼ਾਮਸ ਦੇ ਲਈ ਆਲਰੇਡੀ ਪਹਿਲਾਂ ਹੀ ਆਉਂਦੇ ਨੇ, ਸੋ ਇਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਸੋ ਤੁਸੀਂ ਟੌਪਿਕ ਵਾਈਜ਼ ਜਿਹੜੇ ਵੀ ਤੁਹਾਨੂੰ ਟੌਪਿਕ ਦੇ ਵਿੱਚ ਡਾਊਟ ਹੈ ਜਾਂ ਤੁਸੀਂ ਕਲੀਅਰ ਕਰਨਾ ਹੈ, ਉਸ ਟੌਪਿਕ ਦੀ ਮਤਲਬ YouTube ਦੇ ਉੱਤੇ ਸਰਚ ਕਰੋ। ਸੋ ਤੁਹਾਨੂੰ ਜਿੱਦਾਂ ਕੈਲੰਡਰ ਦੀ ਵੀਡੀਓ ਮਿਲ ਜੂਗੀ, ਮਤਲਬ ਕਿਸੇ ਹੋਰ YouTube ਚੈਨਲ 'ਤੇ ਬਹੁਤ ਸਾਰੇ ਟੀਚਰਸ ਨੇ ਜਿਨ੍ਹਾਂ ਨੇ ਕਵਰ ਅਪ ਕੀਤਾ ਹੋਇਆ ਇਹ ਚੀਜ਼। ਸੋ ਇਹਨਾਂ ਟੌਪਿਕ ਨੂੰ ਤੁਸੀਂ ਦੇਖਿਓ ਵੀ ਕੀ ਕੁਛ ਹੁੰਦਾ ਇਹਨਾਂ ਦੇ ਵਿੱਚ। ਸਟਾਰਟਿੰਗ ਦੇ ਵਿੱਚ ਤੁਸੀਂ ਇਹ ਕੰਮ ਕਰਨਾ ਕਿ ਮੈਥਸ ਦੇ ਜਿਹੜੇ ਟੌਪਿਕ ਨੇ ਅਤੇ ਰੀਜ਼ਨਿੰਗ ਦੇ ਜਿਹੜੇ ਟੌਪਿਕ ਨੇ ਉਹਨਾਂ ਨੂੰ ਤੁਸੀਂ ਆਪਣੇ ਥਰੂ ਸਾਰਾ ਕੁਛ ਦੇਖ ਕੇ ਉਹਨਾਂ ਨੂੰ ਆਪਣੇ ਨੋਟ ਡਾਊਨ ਕਰ ਲੈਣਾ ਕਿ ਹਾਂ ਇਹ ਟੌਪਿਕ ਮੈਨੂੰ ਪ੍ਰੋਪਰ ਆ ਸਕਦਾ ਹੈ ਜਾਂ ਮੈਨੂੰ ਇਹ ਟਫ ਲੱਗਦਾ, ਉਸ ਦੇ ਅਕੋਰਡਿੰਗ ਤੁਸੀਂ ਇਸ ਚੀਜ਼ ਨੂੰ ਨੋਟ ਡਾਊਨ ਕਰਿਓ। ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਗੱਲ ਕਿਹੜੀ ਲੈਂਗੁਏਜ ਦੀ, ਜਿਹੜੀ ਲੈਂਗੁਏਜ ਦੇ ਪੇਪਰ ਦੇ ਵਿੱਚ ਇੱਕ ਤਾਂ ਪੰਜਾਬੀ ਆਉਣੀ ਹੈ, ਇੱਕ ਇੰਗਲਿਸ਼ ਆਉਣੀ ਹੈ। ਸੋ ਇਹ ਹਜੇ ਆਪਾਂ ਨੂੰ ਕਨਫਰਮ ਨਹੀਂ ਹੈ ਕਿ ਕੀ ਕੁਛ ਪੇਪਰ ਦੇ ਵਿੱਚ ਆਉਣਾ, ਬਟ ਇਹ ਪ੍ਰੈਡਿਕਸ਼ਨ ਹੈ ਕਿ ਜਿਹੜੇ ਲਾਸਟ ਈਅਰ ਦੇ ਐਗਜ਼ਾਮਸ ਹੋਏ ਆ ਜਾਂ ਪੁਰਾਣੇ ਐਗਜ਼ਾਮਸ ਹੋਏ ਆ ਉਹਨਾਂ ਦੇ ਅਕੋਰਡਿੰਗ ਹੈ ਕਿ ਇਹ ਕੁਐਸਚਨ ਜਿਹੜੇ ਹੈਗੇ ਇਹਨਾਂ ਦੇ ਆਉਂਦੇ ਹੀ ਆਉਂਦੇ ਆ। ਸੋ ਪੰਜਾਬੀ ਲੈਂਗੁਏਜ ਹੈ ਜਿਹੜੀ ਉਹਦੇ ਵੀ ਕੁਐਸਚਨ ਆਉਣੇ ਅਤੇ ਇੰਗਲਿਸ਼ ਲੈਂਗੁਏਜ ਦੇ ਵੀ ਆਉਣੇ ਆ। ਪੰਜਾਬੀ ਦੇ ਵਿੱਚ ਜਿੱਦਾਂ ਆਪਣਾ ਵਿਆਕਰਨ ਹੁੰਦਾ ਹੈ ਨਾ, ਸੋ ਉਹਨੂੰ ਗ੍ਰਾਮਰ ਕਹਿ ਦਿੰਦੇ ਹਾਂ ਆਪਾਂ। ਸੋ ਗ੍ਰਾਮਰ ਤਿਆਰ ਕਰਨੀ ਹੈ ਆਪਾਂ ਨੇ, ਵਿਆਕਰਨ ਜਿਹਨੂੰ ਹੈਗਾ ਉਹਦੇ ਲਈ ਆਪਾਂ ਮਤਲਬ ਕਿ ਕੋਈ ਵੀ ਪੰਜਾਬੀ ਦੀ ਬੁੱਕ ਜਿਹੜੀ ਹੈਗੀ ਵਿਆਕਰਨ ਦੀ 8ਵੀਂ-9ਵੀਂ ਦੀ ਸ਼ਾਇਦ, ਮਤਲਬ ਉਹਦੇ ਵਿੱਚੋਂ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੇ ਹੈਗੇ ਆ ਲਿੰਗ ਬਦਲੋ, ਵਚਨ ਬਦਲੋ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਵਿਰੋਧੀ ਸ਼ਬਦ, ਅਤੇ ਇਹ ਕਰਨੇ ਆਪਾਂ ਨੇ। ਉਸ ਤੋਂ ਬਾਅਦ ਜਿਹੜੇ ਹੈਗੇ ਆ ਮੁਹਾਵਰੇ, ਜਿਹੜੇ ਹੈਗੇ ਆ ਅਖਾਣਾ ਮੁਹਾਵਰੇ, ਇਹ ਕਰਨੇ ਆ। ਅਤੇ ਵਨ ਵਰਡ ਸਬਸਟੀਟਿਊਸ਼ਨਸ, ਇੱਕ ਵਰਡ ਦਾ ਮਤਲਬ ਇੱਕ ਲਾਈਨ ਦਾ ਮਤਲਬ ਇੱਕ ਮਤਲਬ ਜਿਹੜਾ ਹੁੰਦਾ ਵਨ ਵਰਡ ਸਬਸਟੀਟਿਊਸ਼ਨਸ, ਬਹੁਤੇ ਸ਼ਬਦਾਂ ਦਾ ਇੱਕ ਅਰਥ। ਸੋ ਪੰਜਾਬੀ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ, ਸੌਰੀ ਫੋਰ ਦੈਟ। ਇੰਗਲਿਸ਼ ਜਿਹੜੀ ਹੈਗੀ ਹੈ, ਇੰਗਲਿਸ਼ ਦੇ ਵਿੱਚ ਆਪਾਂ ਗ੍ਰਾਮਰ ਕਰਨੀ ਆ ਆਪਾਂ ਨੇ, ਆਪਣੇ ਜਿਹੜੇ ਵੀ ਗ੍ਰਾਮਰ ਦੇ ਵਿੱਚ ਹੁੰਦੇ ਆਰਟੀਕਲਸ ਵਗੈਰਾ ਹੁੰਦੇ ਆ, ਟੈਂਸ ਵਗੈਰਾ ਹੁੰਦੇ ਆ, ਉਹ ਸਾਰੇ ਆਪਾਂ ਕਰਨੇ ਆ ਥੋੜ੍ਹੇ ਜਿੰਨਾ ਵੀ ਆਪਾਂ। ਇਹ ਤਾਂ ਕਿਉਂਕਿ ਆਪਣੀ ਬੇਸਿਕ ਨੇ, ਕਿਉਂਕਿ ਇਹ ਆਪਾਂ ਨੂੰ 10th ਲੈਵਲ ਤੱਕ ਪੜ੍ਹੀਆਂ ਹੋਈਆਂ ਨੇ, ਸੋ ਇਹਨਾਂ ਦੇ ਤੇ ਇੱਕ ਰਿਵੀਜ਼ਨ ਦੀ ਲੋੜ ਹੈ ਕਿ ਆਪਾਂ ਨੂੰ ਜਿਹੜੇ ਮਾਰਕਸ ਨੇ ਜਿਹੜੇ ਹੈ ਨਾ ਉਹ ਇਹਦੇ ਵਿੱਚੋਂ ਹੀ ਆਪਾਂ ਨੂੰ ਅਗੇਨ ਹੋਣਗੇ, ਕਿਉਂਕਿ ਦੂਸਰੇ ਇਸ ਚੀਜ਼ ਨੂੰ ਟੌਪਿਕ ਨੂੰ ਇਗਨੋਰ ਕਰ ਦਿੰਦੇ ਨੇ ਜਿਹੜੇ ਸਟੂਡੈਂਟਸ ਨੇ ਕਿ ਪੰਜਾਬੀ ਇੰਗਲਿਸ਼ ਤਾਂ ਆਉਂਦੀ ਹੈ ਯਾਰ ਆਪਾਂ ਨੂੰ, ਹੈ ਨਾ। ਬਟ ਇਹ ਜਿਹੜਾ ਹੈਗਾ ਇਹ ਟੌਪਿਕ ਹੈਗਾ ਸਕੋਰਿੰਗ ਟੌਪਿਕ ਹੈ, ਜਿਹੜੇ ਕੱਟ ਆਫ ਜਿਹੜੀ ਕਲੀਅਰ ਹੋਣੀ ਹੈ ਨਾ ਇੱਥੋਂ ਹੀ ਹੋਣੀ ਹੈ,
ਕਿਉਂਕਿ ਇਹ ਜੇ ਤੁਸੀਂ ਤੁਹਾਡੇ ਇਹੀ ਗਲਤ ਹੋ ਗਏ ਤਾਂ ਫਿਰ ਤੁਸੀਂ ਕੱਟ ਆਫ ਤੋਂ ਆਟੋਮੈਟਿਕਲੀ ਬਾਹਰ ਹੋ ਜਾਓਗੇ। ਸੋ ਇਹ ਕਰਨਾ ਜ਼ਰੂਰੀ ਹੈ। ਸੋ ਇਹਦੇ ਨਾਲ ਨਾਲ ਤੁਸੀਂ ਇਹ ਨਾ ਸੋਚੋ ਕਿ ਪੰਜਾਬੀ ਤੇ ਇੰਗਲਿਸ਼ ਯਾਰ ਕਰ ਲੈਣੀ ਹੈ ਕੋਈ ਗੱਲ ਨਹੀਂ, 2-2 ਕੁਐਸਚਨ ਆਉਣੇ, ਪਰ 2-2 ਕੁਐਸਚਨ ਦੇ ਨਾਲ ਇੱਕ ਹੀ ਨੰਬਰ ਮਤਲਬ ਆਪਾਂ ਨੂੰ ਬਹੁਤ ਜ਼ਿਆਦਾ ਸਹਾਈ ਹੁੰਦਾ। ਸੋ ਪੰਜਾਬੀ ਲੈਂਗੁਏਜ ਤੇ ਇੰਗਲਿਸ਼ ਲੈਂਗੁਏਜ ਦੇ ਨਾਲ ਨਾਲ ਵੀ ਤੁਸੀਂ ਇਹਨੂੰ ਕੰਟੀਨਿਊ ਕਰਨਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜਿਹੜਾ ਲਾਸਟ ਟੌਪਿਕ ਹੈ, ਜਿਹੜੇ ਸਟੂਡੈਂਟਸ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਕਿ ਸਰ ਬੁੱਕਸ ਦੱਸੋ ਬੁੱਕਸ ਦੱਸੋ। ਸੋ ਆਪਾਂ ਹੁਣ ਬੁੱਕਸ ਦੀ ਗੱਲ ਕਰਦੇ ਹਾਂ ਕਿ ਬੁੱਕਸ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ। ਹਾਂਜੀ, ਜਿਹੜੀਆਂ ਬੁੱਕਸ ਨੇ, ਜਿਹੜੀ ਜੀਕੇ ਦੀ ਬੁੱਕ ਹੈ, ਜਿਹੜੀ ਮਤਲਬ ਕਿ ਆਪਾਂ ਇੰਡੀਅਨ ਪੋਲਿਟੀ ਦੀ ਗੱਲ ਕੀਤੀ ਹੈ, ਜੋਗਰਾਫੀ ਦੀ ਗੱਲ ਕੀਤੀ ਹੈ, ਇਕਨੋਮਿਕਸ ਦੀ ਗੱਲ ਕੀਤੀ ਹੈ, ਐਨਵਾਇਰਨਮੈਂਟ ਦੀ ਗੱਲ ਕੀਤੀ ਹੈ। ਸੋ ਜਿਹੜੀਆਂ ਇਹ ਟੌਪਿਕ ਨੇ ਜਿਹੜੇ ਜੀਐਸ ਦੇ ਲਈ, ਜੀਕੇ ਦੇ ਲਈ ਜਿਹੜੀ ਬੁੱਕ ਹੈਗੀ ਆ ਉਹ ਰਿਹੰਤ ਦੀ ਬੁੱਕ ਆਉਂਦੀ ਹੈ। ਛੋਟੀ ਜਿਹੀ ਬੁੱਕ ਹੁੰਦੀ ਹੈ, ਇੱਕ ਛੋਟੀ ਹੁੰਦੀ ਹੈ, ਇੱਕ ਥੋੜ੍ਹੀ ਜਿਹੀ ਉਸ ਤੋਂ ਵੱਡੀ ਹੁੰਦੀ ਹੈ। ਸੋ ਉਹਨਾਂ ਦੋਵਾਂ ਦੇ ਵਿੱਚ ਤੁਸੀਂ ਕੋਈ ਵੀ ਪਰਚੇਸ ਕਰ ਲਓ, ਉਸ ਚੀਜ਼ ਦੇ ਉੱਤੇ ਤੁਸੀਂ ਸਾਰੇ ਟੌਪਿਕ ਕਲੀਅਰ ਕਰਨੇ ਨੇ, ਇਕੱਲੀ ਇਕੱਲੀ ਚੀਜ਼ ਪੜ੍ਹਨੀ ਹੈ। ਇੱਕ ਉਹਦੇ ਪਿੱਛੇ ਮਤਲਬ ਕਿ ਛੋਟੇ ਛੋਟੇ 1 ਲਾਈਨਰ ਕੁਐਸਚਨ ਹੁੰਦੇ ਨੇ, ਕਦੋਂ ਤੇ ਕਿੱਥੇ ਕਿਵੇਂ ਕਿਹਨੇ ਕੌਣ ਚੇਅਰਮੈਨ ਬਣਿਆ, ਕੌਣ ਪਹਿਲਾ ਗਵਰਨਰ ਸੀ ਪੰਜਾਬ ਦਾ, ਕੌਣ ਸੀਐਮ ਸੀਗਾ, ਫਸਟ ਪ੍ਰੈਜ਼ੀਡੈਂਟ ਕੌਣ ਸੀਗਾ। ਇਹ ਚੀਜ਼ਾਂ ਉਹ ਪੇਜ ਤੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਰੱਟ ਲਓ, ਕਿਉਂਕਿ ਉਹ ਐਗਜ਼ਾਮ ਦੇ ਵਿੱਚ ਆਉਣੇ ਹੀ ਆਉਣੇ ਨੇ। ਉਹ ਹਰ ਐਗਜ਼ਾਮ ਦੇ ਵਿੱਚ 1-2 ਕੁਐਸਚਨ ਉਹਦੇ ਦੇਖਣ ਨੂੰ ਮਿਲ ਹੀ ਜਾਂਦੇ ਨੇ। ਸੋ ਜਿਹੜੇ ਬਾਕੀ ਟੌਪਿਕ ਵਾਈਜ਼ ਜਿੱਦਾਂ ਇੰਡੀਅਨ ਪੋਲਿਟੀ ਹੋ ਗਿਆ, ਤੁਸੀਂ ਉਹ ਵੀ ਇਹਦੇ ਤੋਂ ਕਵਰ ਅਪ ਕਰਨੀ ਹੈ। ਸੋ ਬਾਕੀ ਆਪਾਂ ਵੀਡੀਓਜ਼ ਵੀ ਬਣਾਵਾਂਗੇ, ਸੋ ਇਹਦੇ ਤੇ ਪ੍ਰੋਪਰ ਲੈਕਚਰ ਦੇਵਾਂਗੇ। ਸੋ ਉਹਦੀ ਤੁਹਾਨੂੰ ਬੁਰੀ ਕਰਨ ਦੀ ਲੋੜ ਨਹੀਂ ਹੈ, ਪਰ ਜਿਹਨੇ ਸੈਲਫ ਸਟੱਡੀ ਕਰਨੀ ਹੈ ਉਹ ਇਹਦੇ ਰਿਲੇਟਡ ਬੁੱਕਸ ਜਿਹੜੀਆਂ ਹੈਗੀਆਂ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ। ਸੋ ਮੈਂ ਇਹ ਬੁੱਕਸ ਜਿਹੜੇ ਹੈ ਲੇਟੈਸਟ ਜਿਹੜੀ ਹੈਗੀਆਂ ਬੁੱਕਸ ਦੇ ਕਵਰੇਜ ਪੇਜ ਨੇ ਜਿਹੜੇ ਉਹ ਵੀ ਦਿੱਤੇ ਇੱਥੇ, ਕਿ ਤਾਂ ਕਿ ਜੋ ਤੁਹਾਨੂੰ ਬੁੱਕਸ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਲੱਗਦਾ, ਸੋ ਉਹ ਕਵਰ ਦੇਖ ਕੇ ਇਹਦਾ ਫੋਟੋ ਦਾ ਸਕਰੀਨਸ਼ਾਟ ਲੈ ਲਿਓ ਅਤੇ ਇੱਦਾਂ ਦੀਆਂ ਬੁੱਕਸ ਨੇ ਜਿਹੜੀਆਂ ਉਹ ਤੁਸੀਂ ਪਰਚੇਸ ਕਰ ਲਿਓ। ਜਿਹੜੀ ਸਾਇੰਸ ਹੁੰਦੀ ਹੈ ਆਪਣੀ, ਵੈਸੇ ਜਿਹੜੀ ਰਿਹੰਤ ਦੀ ਬੁੱਕ ਉਹਦੇ ਵਿੱਚ ਵੀ ਸਾਇੰਸ ਹੈਗੀ ਹੈ, ਬਟ ਉਹ ਥੋੜ੍ਹਾ ਜਿਹਾ ਟਿਪੀਕਲ ਹੈ, ਥੋੜ੍ਹੀ ਲੈਂਗੁਏਜ ਉਹਦੀ ਸੋ ਸਮਝ ਘੱਟ ਲੱਗਦੀ ਹੈ। ਪਰ ਜਿਹੜੀ ਲੂਸ ਐਂਡ ਦੀ ਬੁੱਕ ਉਹਦੇ ਵਿੱਚ ਪੂਰੀ ਡਿਸਕ੍ਰਾਈਬ ਕੀਤੀ ਹੋਈ ਹੈ ਸਾਇੰਸ, ਜਿਹੜੀ ਨੋਰਮਲੀ ਸਟੂਡੈਂਟਸ ਨੂੰ ਸਮਝ ਆਏ। ਸੋ ਤੁਸੀਂ ਸਾਇੰਸ ਪੋਰਸ਼ਨ ਦੇ ਲਈ ਜਿਹੜੀ ਹੈਗੀ ਲੂਸੈਂਟ ਦੀ ਬੁੱਕ ਲੈ ਲਿਓ। ਅਦਰਵਾਈਜ਼ ਜਿਹੜੀ ਜੀਕੇ ਹੈਗੀ ਆ ਉਹ ਲੂਸੈਂਟ ਦੇ ਵਿੱਚ ਵੀ ਹੈਗੀ ਹੈ, ਇੰਡੀਅਨ ਪੋਲਿਟੀ ਜਿੱਦਾਂ ਜੋਗਰਾਫੀ ਹੋ ਗਿਆ, ਪਰ ਉਹਦੇ 'ਚ ਥੋੜ੍ਹੀ ਵਾਸਟ ਟਾਈਪ ਦਿੱਤੀ ਹੋਈ ਹੈ ਲੂਸੈਂਟ ਦੇ ਵਿੱਚ। ਜਿੱਦਾਂ ਵੀ ਤੁਸੀਂ ਕੰਫਰਟੇਬਲ ਫੀਲ ਕਰੋ ਜਿਹੜੀ ਬੁੱਕ ਨੂੰ ਰਿਕਮੈਂਡ, ਬਟ ਇਹ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਉਹਨਾਂ ਦੇ ਲਈ ਬੁੱਕਸ ਨੇ, ਪਰ ਜਿਹੜੇ ਆਲਰੇਡੀ ਹੋਰ ਬੁੱਕਸ ਫੋਲੋ ਕਰ ਰਹੇ ਨੇ ਕੰਟੈਂਟ ਸੇਮ ਹੀ ਹੁੰਦਾ। ਸੋ ਇਹ ਨਹੀਂ ਹੁੰਦਾ ਕਿ ਕਿਸੇ ਬੁੱਕ ਦੇ ਵਿੱਚ ਮਤਲਬ ਕਿ ਤੁਹਾਨੂੰ ਪੜ੍ਹੀ ਤੇ ਸਾਰੇ ਕੁਐਸਚਨ ਉਹਦੇ ਵਿੱਚ ਹੀ ਆ ਗਏ, ਇੱਦਾਂ ਨਹੀਂ ਹੁੰਦਾ। ਜਿਹੜਾ ਕੋਈ ਫੋਲੋ ਕਰ ਰਿਹਾ ਆਲਰੇਡੀ ਤੁਸੀਂ ਉਸ ਚੀਜ਼ ਨੂੰ ਹੀ ਫੋਲੋ ਕਰੋ। ਬਟ ਇਹ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਕਿ ਅਸੀਂ ਕੀ ਕਰੀਏ, ਕਿੱਥੋਂ ਸਟਾਰਟ ਕਰੀਏ, ਸੋ ਉਹਨਾਂ ਲਈ ਇਹ ਬੇਸਿਕ ਬੁੱਕਸ ਨੇ ਜਿਹੜੀਆਂ ਇਹ ਮਤਲਬ ਕਿ ਜ਼ਰੂਰੀ ਨੇ, ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਕੁਐਸਚਨ ਜਿਹੜਾ ਹੈਗਾ ਉਹ ਮਤਲਬ ਪੁੱਟ ਅਪ ਹੋ ਸਕਦਾ ਹੈ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਜੀਕੇ ਦੇ ਲਈ ਹੈਗੀ ਜਿਹੜੀ ਸਾਡਾ ਪੰਜਾਬ ਬੁੱਕ ਹੈ, ਕਿਉਂਕਿ ਸਾਡਾ ਪੰਜਾਬ ਬੁੱਕ ਹੈਗੀ ਥੋੜ੍ਹੀ ਜਿਹੀ ਬਲਕੀ ਬੁੱਕ ਹੈ। ਸੋ ਇਹਨੂੰ ਤੁਸੀਂ ਜਿਹੜਾ ਰੀਡ ਕਰਨਾ ਉਹਦੇ 'ਚੋਂ ਬੇਸਿਕ ਪੁਆਇੰਟ ਹੀ ਕਰਨੇ ਆ, ਜਿੱਦਾਂ ਜਿਹੜੀਆਂ ਹੈਗੀਆਂ ਆਪਣੇ ਗੁਰੂਆਂ ਦੀ ਲੜਾਈਆਂ ਹੋਈਆਂ ਸੀਗੀਆਂ ਉਹਨਾਂ ਅਬਾਊਟ, ਹੈ ਨਾ। ਜਿੱਦਾਂ ਵੀ ਪੋਲਿਟੀ ਦਾ ਜਿਹੜਾ ਥੋੜ੍ਹਾ ਹੈਗਾ ਪੋਰਸ਼ਨ ਥੋੜ੍ਹਾ ਕਰਨਾ, ਬਟ ਮੈਂ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕਰੂੰਗਾ ਇਸ ਚੀਜ਼ ਦੇ, ਕਿਉਂਕਿ ਮੈਂ ਪ੍ਰੋਪਰ ਨੋਟਸ ਬਣਾਏ ਹੋਏ ਆ ਇਸ ਚੀਜ਼ ਦੇ। ਸੋ ਜਿਨ੍ਹਾਂ ਨੇ ਮਤਲਬ ਆਪਣੀ ਸੈਲਫ ਸਟੱਡੀ ਕਰਨੀ ਉਹ ਇਹ ਬੁੱਕ ਰਿਕਮੈਂਡ ਕਰ ਰਿਹਾ ਮੈਂ ਵੀ, ਇਹ ਪੜ੍ਹ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਜਿਹੜੀ ਹੈਗੀ ਮੈਥਸ ਲਈ RS ਅਗਰਵਾਲ ਬੁੱਕ ਜਿਹੜੀ ਹੈਗੀ ਹੈ, ਜੇ ਤੁਹਾਡੇ ਕੋਲ ਇਹ ਹੈਗੀ ਹੈ ਜਾਂ ਤੁਹਾਡੇ ਕੋਈ ਅਦਰ ਬੁੱਕ ਹੈਗੀ ਹੈ, ਤੁਸੀਂ ਜਿਹੜੀ ਚੀਜ਼ ਨੂੰ ਫੋਲੋ ਕਰ ਰਹੇ ਹੋ ਉਹ ਕਰੋ। ਬਟ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਇਹ ਕਰੋ, ਜਿਹੜੀ ਤੁਹਾਡੇ ਕੋਲ ਮੈਥ ਦੀ ਬੁੱਕ ਹੈਗੀ ਆ ਉਹ ਹੀ ਫੋਲੋ ਕਰੋ, ਇਹ ਨਵੀਂ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿਨ੍ਹਾਂ ਕੋਲ ਮੈਥ ਦੀ ਬੁੱਕ ਆਲਰੇਡੀ ਹੈਗੀ ਉਸ ਨੂੰ ਹੀ ਫੋਲੋ ਤੁਸੀਂ ਕੰਟੀਨਿਊ ਕਰੋ। ਬਸ ਤੁਸੀਂ ਟੌਪਿਕ ਵਾਈਜ਼ ਤੁਹਾਡੇ ਟੌਪਿਕ ਕਲੀਅਰ ਹੋਣੇ ਚਾਹੀਦੇ ਨੇ। ਜਿੱਦਾਂ ਪਰਸੈਂਟੇਜ ਹੋ ਗਿਆ, ਪਰਸੈਂਟੇਜ ਦਾ ਕੁਐਸਚਨ ਆਵੇ ਤਾਂ ਤੁਹਾਨੂੰ ਪਰਸੈਂਟੇਜ ਕਲੀਅਰ ਹੋਣੀ ਚਾਹੀਦੀ ਹੈ ਕਿ ਹਾਂਜੀ ਇੱਦਾਂ ਪਰਸੈਂਟੇਜ ਵੀ ਇਹਦੇ 'ਚ ਇਹ ਹੁੰਦਾ, ਇਹਦੇ 'ਚ ਇਹ ਹੁੰਦਾ। ਅਤੇ ਉਸ ਤੋਂ ਬਾਅਦ ਜਿਹੜੀ ਰੀਜ਼ਨਿੰਗ ਦੀ ਬੁੱਕ ਹੈ ਉਹ ਵੀ RS ਅਗਰਵਾਲ ਦੀ ਆਉਂਦੀ ਹੈ ਬੁੱਕ। ਸੋ ਤੁਸੀਂ ਰੀਜ਼ਨਿੰਗ ਦੇ ਵਿੱਚ ਜਿੰਨੇ ਵੀ ਟੌਪਿਕ ਨੇ ਉਹ ਬੁੱਕ ਦੇ ਉੱਤੋਂ ਕਰ ਸਕਦੇ ਹੋ, ਜਾਂ ਕਿਸੇ ਕੋਲ ਮਟੀਰੀਅਲ ਪਿਆ ਹੁੰਦਾ ਕਿਸੇ ਕੋਚਿੰਗ ਸੈਂਟਰ ਦਾ, ਛੋਟੀ ਮੋਟੀ ਬੁੱਕ ਹੁੰਦੀ ਹੈ ਰੀਜ਼ਨਿੰਗ ਦੀ, ਉਹਦੇ ਤੋਂ ਵੀ ਕਰ ਸਕਦੇ ਹੋ। ਪਰ ਜਿਨ੍ਹਾਂ ਨੂੰ ਨਹੀਂ ਪਤਾ ਬਿਲਕੁਲ ਹੀ ਉਹਨਾਂ ਲਈ ਹੈ ਇਹ। ਜਿਨ੍ਹਾਂ ਕੋਲ ਆਲਰੇਡੀ ਬੁੱਕਸ ਹੈਗੀਆਂ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਬੁੱਕਸ ਤੁਸੀਂ ਨਵੀਆਂ ਲੈਣ ਬੈਠੋਗੇ, ਹਾਂਜੀ ਮੈਂ RS ਅਗਰਵਾਲ ਵੀ ਪੜ੍ਹੂੰਗਾ। ਸੋ ਇਹ ਮੈਟਰ ਨਹੀਂ ਕਰਦਾ, ਤੁਹਾਨੂੰ ਟੌਪਿਕ ਜਿਹੜੇ ਹੈਗੇ ਆ ਉਹ ਕਲੀਅਰ ਹੋਣੇ ਚਾਹੀਦੇ ਆ। ਸੋ ਅਤੇ ਨੈਕਸਟ ਜਿਹੜੀ ਹੈਗੀ ਆ ਇੰਗਲਿਸ਼ ਦੀ ਬੁੱਕ ਜਿਹੜੀ SP ਬਖਸ਼ੀ ਦੀ ਬੁੱਕ ਆਉਂਦੀ ਹੈ। ਸੋ ਇਹਨੂੰ ਦੇ ਵਿੱਚੋਂ ਤੁਸੀਂ ਗ੍ਰਾਮਰ ਜਿਹੜੀ ਹੈਗੀ ਉਹ ਚੰਗੀ ਤਰ੍ਹਾਂ ਕਰ ਸਕਦੇ ਹੋ, ਵਕੈਬ ਜਿਹੜੀ ਹੈਗੀ ਇਡੀਅਮਸ ਫਰੇਜ਼ਸ ਜਿਹੜੇ ਹੈਗੇ ਆ ਉਹ ਇੱਥੋਂ ਕਵਰ ਅਪ ਕਰ ਸਕਦੇ ਹੋ ਤੁਸੀਂ। ਸੋ ਇਹ ਜਿਹੜੀਆਂ ਹੈਗੀਆਂ ਬੇਸਿਕ ਬੁੱਕ ਨੇ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ। ਉਸ ਤੋਂ ਬਾਅਦ ਜਿਹੜੀ ਪੰਜਾਬੀ ਹੈ, ਪੰਜਾਬੀ ਦੇ ਲਈ ਆਪਾਂ ਕੀ ਕਰਨਾ, ਜਿਹੜੀਆਂ ਆਪਣੀਆਂ 8th 9th 10th ਦੀ ਜਿਹੜੀ ਵਿਆਕਰਨ ਜਿਹੜਾ ਪਿੱਛੇ ਆਪਾਂ ਨੂੰ ਦਿੱਤਾ ਹੁੰਦਾ ਉਹਦੇ 'ਚੋਂ ਆਪਾਂ ਸਾਰਾ ਕੁਛ ਗ੍ਰਾਮਰ ਵਗੈਰਾ ਜਿਹੜੀ ਹੈਗੀ ਹੈ, ਵਿਆਕਰਨ ਵਗੈਰਾ, ਲਿੰਗ ਬਦਲੋ ਹੈ ਨਾ। ਸੋ ਸੈਂਟੈਂਸ ਜਿਹੜੇ ਕਿਰਿਆ ਵਿਸ਼ੇਸ਼ਣ ਜੋ ਵੀ ਹੁੰਦੇ ਆ, ਸੋ ਉਹਨੂੰ ਆਪਾਂ ਮਤਲਬ ਕਿ ਆਪਾਂ ਪੰਜਾਬੀ ਦੇ ਜਿਹੜੀਆਂ ਬੋਰਡ ਦੀਆਂ PSEB ਬੋਰਡ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਤੋਂ ਫੋਲੋ ਕਰ ਸਕਦੇ ਹਾਂ, ਉਹਨਾਂ ਨੂੰ ਪੜ੍ਹ ਸਕਦੇ ਹਾਂ। ਸੋ ਲਾਸਟ ਦੇ ਵਿੱਚ ਇਹੀ ਹੈ ਕਿ ਸਟੂਡੈਂਟਸ ਬਹੁਤ ਜ਼ਿਆਦਾ ਕਨਫਿਊਜ਼ ਨੇ
ਕਿ ਸਰ ਕਿੱਥੋਂ ਕੀ ਕਰੀਏ। ਸੋ ਬੇਸਿਕਲੀ ਮੈਂ ਇੱਕ ਗੱਲ ਸੋਚਦਾ ਕਿ ਸਟੂਡੈਂਟਸ ਖੁਦ ਕੁਛ ਨਹੀਂ ਕਰਦੇ, ਕਿਉਂਕਿ ਸਟੂਡੈਂਟਸ ਨੂੰ ਨਹੀਂ ਪਤਾ ਚੱਲਦਾ ਕਿ ਅਸੀਂ ਕਰਨਾ ਕੀ ਹੈ। ਬਟ ਇੱਕ ਗੱਲ ਹੈਗੀ ਹੈ ਕਿ ਜਿੰਨਾ ਟਾਈਮ ਤੁਸੀਂ ਖੁਦ ਨਹੀਂ ਕਰੋਗੇ ਨਾ, ਉਹਨਾਂ ਟਾਈਮ ਕੁਛ ਨਹੀਂ ਹੋਣਾ। ਸੋ ਤੁਹਾਨੂੰ ਮੈਂ ਇਹ ਮੋਟੀਵੇਸ਼ਨ ਹੈ ਕਿ ਤੁਸੀਂ ਖੁਦ ਤੋਂ ਸਟਾਰਟ ਕਰੋ ਪਹਿਲਾਂ ਕਰਨਾ। ਇੱਕ ਮੋਟੀਵੇਸ਼ਨ ਬਣਾਓ, ਸ਼ਡਿਊਲ ਬਣਾਓ ਆਪਣਾ ਪ੍ਰੋਪਰ ਕਿ ਹਾਂ ਮੈਂ ਐਗਜ਼ਾਮ ਕਿਉਂ ਕਲੀਅਰ ਕਰਨਾ ਅਤੇ ਮੇਰਾ ਮਕਸਦ ਕੀ ਹੈ। ਇਹ ਨਹੀਂ ਕਿ ਦੂਸਰਿਆਂ ਨੂੰ ਦੇਖ ਕੇ ਮੈਂ ਪੁਲਿਸ ਭਰਤੀ ਹੋਣਾ ਜਾਂ ਇੱਦਾਂ ਕਰਕੇ। ਸੋ ਬਟ ਤੁਸੀਂ ਇੱਕ ਮਤਲਬ ਆਪਣਾ ਟਾਰਗੇਟ ਸੈੱਟ ਕਰੋ ਕਿ ਮੈਂ ਲਾਈਫ ਦੇ ਵਿੱਚ ਇਹ ਕਰਨਾ। ਸੋ ਤੁਹਾਨੂੰ ਡੈਡੀਕੇਟ ਹੋ ਤੁਸੀਂ ਉਸ ਚੀਜ਼ ਦੇ ਲਈ। ਤੁਹਾਨੂੰ ਅੰਦਰੋਂ ਖੁਦ ਨੂੰ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਸਵੇਰੇ ਉੱਠੋ ਤਾਂ ਤੁਹਾਨੂੰ ਪੜ੍ਹਨ ਨੂੰ ਦਿਲ ਕਰੇਗਾ ਹੀ ਨਾ, ਹੁੰਦਾ ਪੜ੍ਹਨ ਨੂੰ ਦਿਲ ਨਹੀਂ ਕਰਦਾ ਯਾਰ। ਸੋ ਜਿਹੜੀਆਂ ਜੀ ਚੀਜ਼ਾਂ ਨੇ ਇਹ ਬੁੱਕਸ ਵਗੈਰਾ, ਜਿਹੜੇ ਨੋਟਸ ਵਗੈਰਾ, ਤੁਸੀਂ ਖੁਦ ਫਾਈਂਡ ਆਊਟ ਕਰੋ ਕਿ ਇਹ ਚੀਜ਼ ਕਿੱਦਾਂ ਹੁੰਦੀ ਹੈ। ਪੁਰਾਣੇ ਪੇਪਰਸ ਦੇਖੋ, ਪੰਜਾਬ ਦੇ ਪੇਪਰਾਂ ਦੇ ਵਿੱਚ ਕੀ ਕੁਛ ਆਉਂਦਾ ਹੈ, ਕਿਵੇਂ ਦੇ ਕੁਐਸਚਨ ਹੁੰਦੇ ਆ। ਸੋ ਜੀਕੇ ਕਿਵੇਂ ਦੀ ਹੁੰਦੀ ਹੈ, ਜਿਹੜੇ ਛੋਟੇ ਪੇਪਰ ਨੇ ਉਹਨਾਂ ਲਈ ਜੀਕੇ ਕਿਵੇਂ ਦੀ ਹੁੰਦੀ ਹੈ, ਜਿਹੜੇ ਥੋੜ੍ਹੇ ਜਿਹੇ ਹਾਈ ਲੈਵਲ ਦੇ ਐਗਜ਼ਾਮ ਆਏ ਨੇ ਉਹਨਾਂ 'ਚ ਜੀਕੇ ਕਿਵੇਂ ਦੀ ਹੁੰਦੀ ਹੈ। ਸੋ ਤੁਹਾਨੂੰ ਜ਼ਿਆਦਾ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਇੱਦਾਂ ਕਰਕੇ ਵੀ ਮੈਨੂੰ ਕੁਛ ਨਹੀਂ ਪਤਾ ਲੱਗਦਾ। ਸੋ ਤੁਸੀਂ ਖੁਦ ਫਾਈਂਡ ਆਊਟ ਕਰੋਗੇ, ਤੁਹਾਨੂੰ ਖੁਦ ਨੂੰ ਸੈਟਿਸਫੈਕਸ਼ਨ ਮਿਲੂਗੀ ਕਿ ਹਾਂ ਮੇਰਾ ਟੌਪਿਕ ਕਲੀਅਰ ਹੈ ਯਾਰ। ਅਤੇ ਤੁਸੀਂ ਖੁਦ ਵਰਕ ਕਰੋ ਉਹਨਾਂ ਚੀਜ਼ਾਂ 'ਤੇ। ਬਟ ਅਸੀਂ ਤੁਹਾਡੀ ਹੈਲਪ ਲਈ ਨਾਲ ਹੈਗੇ ਹਾਂ ਹਮੇਸ਼ਾ ਹੀ, ਕਿਉਂਕਿ ਹੁਣ ਆਪਾਂ ਨੇ ਜਿਹੜਾ YouTube ਚੈਨਲ ਹੈਗਾ ਉਹ ਕ੍ਰੀਏਟ ਕਰ ਲਿਆ। ਸੋ ਸਾਰਾ ਜਿੰਨਾ ਵੀ ਕੰਟੈਂਟ ਵਗੈਰਾ ਹੋਇਆ ਕਰੂਗਾ ਆਪਾਂ ਹੁਣ ਇਸ YouTube ਦੇ ਚੈਨਲ 'ਤੇ ਹੀ ਪਾਇਆ ਕਰਨਾ। ਸੋ ਸਾਡਾ ਰਿਕੁਐਸਟ ਹੈ ਕਿ ਇਸ YouTube ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰੋ ਅਤੇ ਅੱਗੇ ਸ਼ੇਅਰ ਵੀ ਕਰੋ, ਕਿਉਂਕਿ ਜਿੰਨਾ ਵੀ ਮਟੀਰੀਅਲ ਅੱਗੇ ਆਉਣਾ ਆਪਾਂ ਟੌਪਿਕ ਵਾਈਜ਼ ਪ੍ਰੋਪਰ ਹੀ ਸਟੱਡੀ ਇਸ 'ਤੇ ਕਰਾਵਾਂਗੇ। ਜਿੱਦਾਂ ਕਿ ਆਪਣੇ ਸੁਦਰਸ਼ਨਾ ਮੈਮ ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ ਮੈਨੂੰ ਇਹ ਪਲੇਟਫਾਰਮ ਦਿੱਤਾ ਕਿ ਉਹਨਾਂ ਨੇ ਸਟੋਰੀ ਪਾਈ ਸੀਗੀ ਪਹਿਲਾਂ ਇੱਕ, ਕਿ ਇੱਦਾਂ ਕਰਕੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਡਿਮਾਂਡ ਕੀਤੀ। ਸੋ ਤਾਂ ਹੀ ਅਸੀਂ ਇਹ ਪਲੇਟਫਾਰਮ ਤਿਆਰ ਕੀਤਾ। ਸੋ ਹੁਣ ਤੁਸੀਂ ਰਿਸਪੌਂਸ ਦੇਣਾ ਇਸ ਚੈਨਲ ਦਾ ਕਿ ਤੁਸੀਂ ਕਿੰਨਾ ਇਸ ਚੀਜ਼ ਨੂੰ ਰਿਸਪੌਂਸ ਦੇ ਰਹੇ ਹੋ। ਸੋ ਅਸੀਂ ਅੱਗੇ ਮੋਟੀਵੇਟ ਹੋ ਕੇ ਤੁਹਾਡੇ ਲਈ ਹੋਰ ਵੀਡੀਓ ਜਿਹੜੀਆਂ ਹੈਗੀਆਂ ਪ੍ਰੋਪਰ ਅਸੀਂ ਪਲਾਨ ਆਊਟ ਕਰ ਰਹੇ ਹਾਂ ਕਿ ਹਾਂ ਤੁਹਾਨੂੰ ਇੰਨੇ ਦਿਨ ਦਾ ਪ੍ਰੋਪਰ ਪਲੈਨਿੰਗ ਦਿੱਤੀ ਜਾਵੇ, ਤੁਹਾਨੂੰ ਸ਼ਡਿਊਲ ਦਿੱਤਾ ਜਾਵੇ, ਟਾਈਮ ਟੇਬਲ ਦਿੱਤਾ ਜਾਵੇ ਸਪੈਸ਼ਲੀ ਕਿ ਤੁਸੀਂ ਡੇ ਦੇ ਵਿੱਚ ਇਹ ਕੁਛ ਕਰੋ ਵੀ ਸਵੇਰੇ ਆਹ ਟੌਪਿਕ ਪੜ੍ਹਨੇ ਅੱਜ ਕੰਪਲਸਰੀ ਨੇ। ਸੋ ਤੁਸੀਂ ਉਹਦੇ ਲਈ ਸਾਡਾ ਟੈਲੀਗ੍ਰਾਮ ਜਿਹੜਾ ਚੈਨਲ ਹੈਗਾ ਉਹ ਵੀ ਮਤਲਬ ਜੁਆਇਨ ਕਰ ਲਓ, ਕਿਉਂਕਿ ਉੱਥੇ ਜਿਹੜੀਆਂ ਅਪਡੇਟਸ ਨੇ ਜਿਹੜੀ ਤੁਹਾਨੂੰ YouTube ਚੈਨਲ ਦੀਆਂ ਉਹ ਵੀ ਦਿੱਤੀਆਂ ਜਾਣਗੀਆਂ। ਸੋ ਨੋਟਸ ਵਗੈਰਾ ਜਿਹੜਾ PDF ਜਿਹੜੀਆਂ ਹੈਗੀਆਂ ਕੰਪਲਸਰੀ ਉਹ ਉੱਥੇ ਵੀ ਸ਼ੇਅਰ ਕਰਦੇ ਹਾਂ ਅਸੀਂ। ਸੋ ਹੁਣ ਜਿਹੜੀਆਂ ਹੈਗੀਆਂ ਕਲਾਸਿਸ ਆਪਾਂ ਵਿਦਿਨ 2-3 ਦਿਨ ਦੇ ਵਿੱਚ ਸਟਾਰਟ ਕਰ ਦੇਣੀਆਂ। ਬਸ 1-2 ਵੀਡੀਓਜ਼ ਹੋਰ ਬਣਾਉਣੀਆਂ ਆਪਾਂ, ਜਿੱਦਾਂ ਸਬ ਇੰਸਪੈਕਟਰ ਦੇ ਉੱਪਰ ਹੋ ਗਿਆ ਹੈ ਨਾ। ਸੋ ਬੜਾ ਸਮਾਂ ਨਾ ਲੈਂਦੇ ਹੋਏ ਸੋ ਇੰਨਾ ਹੀ ਹੈ ਕਿ ਤੁਸੀਂ ਹੁਣ ਰਿਸਪੌਂਸ ਦੇਣਾ ਸਾਨੂੰ, ਕਿ ਆਪਣਾ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਸਾਡੀ ਮਤਲਬ ਕਿ ਤੁਹਾਨੂੰ ਕੰਟੈਂਟ ਕਿੱਦਾਂ ਦਾ ਲੱਗਿਆ ਜਾਂ ਆਪਾਂ ਤੁਹਾਨੂੰ ਕੀ ਡਿਮਾਂਡ ਚਾਹੀਦੀ ਹੈ। ਜਿਹੜੇ ਵੀ ਡਾਊਟਸ ਨੇ ਜਿਹੜੇ ਤੁਸੀਂ ਸਾਨੂੰ ਕਮੈਂਟ ਕਰ ਦਿਆ ਕਰੋ, ਟੈਲੀਗ੍ਰਾਮ ਦੇ ਉੱਪਰ ਆ ਕੇ ਸਾਨੂੰ ਇੰਡੀਵਿਜੂਅਲਸ ਮੈਸੇਜ ਕਰਕੇ ਪੁੱਛ ਸਕਦੇ ਹੋ। ਬਟ ਕੋਈ ਇੱਦਾਂ ਡਾਊਟ ਵਾਲੀ ਗੱਲ ਨਹੀਂ ਹੁੰਦੀ। ਸੋ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਜਿਹੜੇ ਬੇਸਿਕ ਕੁਐਸਚਨ ਹੁੰਦੇ ਨੇ ਬਿਲਕੁਲ ਹੀ, ਸਰ ਮੈਨੂੰ ਇਹ ਪੜ੍ਹਨਾ ਚਾਹੀਦਾ, ਉਹ ਪੜ੍ਹਨਾ ਚਾਹੀਦਾ, ਉਹ ਅਨਰਿਲੇਵੈਂਟ ਕੁਐਸਚਨਸ ਹੁੰਦੇ ਹਨ। ਸੋ ਉਹਨਾਂ ਨੂੰ ਮਤਲਬ ਪੁੱਟ ਅਪ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਖੁਦ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਹਾਂ ਯਾਰ ਮੈਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ। ਕਿਉਂਕਿ ਹੁਣ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ ਨਾ, ਸਾਰਿਆਂ ਕੋਲ ਫੋਨ ਐਂਡਰੋਇਡ ਫੋਨ ਹੈਗੇ ਆ। ਸੋ ਉਹਦੇ ਤੋਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਹਰ ਇੱਕ ਇਨਸਾਨ ਮਤਲਬ ਕਿ ਉਹ ਚੀਜ਼ਾਂ ਨਹੀਂ ਦੱਸ ਸਕਦਾ ਜਿੱਦਾਂ ਦੇ ਤੁਸੀਂ ਕੁਐਸਚਨ ਕਰਦੇ ਹੋ। ਉਹ ਚੀਜ਼ਾਂ ਮਤਲਬ ਜਿਹੜਾ ਤੁਹਾਡਾ ਡਾਊਟ ਹੁੰਦਾ ਤੁਸੀਂ ਉਹਨੂੰ ਖੁਦ ਹੀ ਮਤਲਬ ਸੋਲਿਊਸ਼ਨ ਉਹਦਾ ਜਿਹੜਾ ਇੰਟਰਨੈਟ ਤੋਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਬਟ ਜੇ ਨਹੀਂ ਵੀ ਹੁੰਦਾ ਤਾਂ ਤੁਸੀਂ ਅੱਗੇ ਫਿਰ ਪ੍ਰੈਫਰ ਕਰਿਆ ਕਰੋ ਕਿ ਮੈਂ ਕਿਸੇ ਨੂੰ ਪੁੱਛਾਂ। ਕਿਉਂਕਿ ਕੁਛ ਟੈਟੂ ਬਾਰੇ ਪੁੱਛ ਰਹੇ ਸੀਗੇ, ਸਰ ਮੇਰੇ ਟੈਟੂ ਹੈ ਇੱਦਾਂ ਕਰਕੇ, ਵੀ ਟੈਟੂ ਦਾ ਕੀ ਹੋਣਾ ਚਾਹੀਦਾ ਅਤੇ ਵੀ ਟੈਟੂ ਲਈ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ। ਉਹ ਬੇਸਿਕਲੀ ਇਸਦਾ ਆਈ ਥਿੰਕ ਕੋਈ ਆਈਡੀਆ ਨਹੀਂ ਹੈ ਮੈਨੂੰ, ਕਿਉਂਕਿ ਨੋਟੀਫਿਕੇਸ਼ਨ ਦੇ ਵਿੱਚ ਹੀ ਜਿਹੜਾ ਮੈਂਸ਼ਨ ਹੋਣਾ ਉਹੀ ਹੀ ਹੋਣਾ। ਕਿਉਂਕਿ ਟੈਟੂ ਦਾ ਜਿਹੜਾ ਹੈਗਾ ਪਿਛਲੀ ਵਾਰੀ ਵੀ ਸ਼ਾਇਦ ਇਹਨਾਂ ਨੇ ਕੁਛ ਦਿੱਤਾ ਸੀਗਾ, ਪਰ ਮੈਨੂੰ ਉਹਦੇ ਬਾਰੇ ਪੂਰੀ ਪ੍ਰੋਪਰ ਪਤਾ ਨਹੀਂ ਹੈ ਵੀ ਉਸ ਚੀਜ਼ ਬਾਰੇ ਕੀ ਚੀਜ਼ ਹੈ ਉਹ। ਸੋ ਜਦੋਂ ਨੋਟੀਫਿਕੇਸ਼ਨ ਇਸ਼ੂ ਹੋਊਗਾ ਸੋ ਉਦੋਂ ਹੀ ਪਤਾ ਲੱਗੂਗਾ। ਕੁਛ ਕੁ ਜਿਹੜੇ ਮਤਲਬ ਕੁਐਸਚਨਸ ਨੇ ਸਟੂਡੈਂਟਸ ਦੇ ਉਦੋਂ ਹੀ ਪਤਾ ਲੱਗਣਾ। ਸੋ ਬਾਰ-ਬਾਰ ਇਹੀ ਗੱਲ ਨਾ ਪੁੱਛੋ ਕਿ ਭਰਤੀ ਕਦੋਂ ਆਉਣੀ ਹੈ ਫਿਰ ਹੀ ਅਸੀਂ ਸਟਾਰਟ ਕਰਾਂਗੇ। ਸੋ ਇਹ ਅਨਰਿਲੇਵੈਂਟ ਕੁਐਸਚਨ ਹੈ ਇੱਕ ਤਰ੍ਹਾਂ ਦਾ। ਸੋ ਜਦੋਂ ਭਰਤੀ ਆਉਣੀ ਹੈ ਅਤੇ ਉਹ ਤਾਂ ਆਉਣੀ ਹੀ ਆ। ਸੋ ਤੁਸੀਂ ਜਿਹੜੀ ਗੱਲ ਹੈ ਉਹਦੇ 'ਤੇ ਪ੍ਰੀਪਰੇਸ਼ਨ 'ਤੇ ਧਿਆਨ ਦੇਣਾ, ਆਪਣਾ ਫਿਜ਼ੀਕਲ ਫਿਟਨੈਸ ਟੈਸਟ ਹੈ ਜਿਹੜਾ ਉਹਦੇ 'ਤੇ ਧਿਆਨ ਦੇਣਾ। ਸੋ ਬੇਸਿਕਲੀ ਸਾਰਿਆਂ ਨੂੰ ਰਿਕੁਐਸਟ ਹੈ ਜਾਂਦੇ ਹੋਏ ਕਿ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇਹ ਵੀਡੀਓਜ਼ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਨਾ ਅਤੇ ਲਾਈਕ ਕਰਕੇ ਸਾਨੂੰ ਸਾਰਾ ਮੋਟੀਵੇਟ ਦੇਣਾ, ਕਿਉਂਕਿ ਅਸੀਂ ਅੱਗੇ ਲਈ ਤੁਹਾਡੇ ਲਈ ਹੋਰ ਕੰਟੈਂਟ ਤਿਆਰ ਕਰੀਏ। ਸੋ ਸਾਰਿਆਂ ਦਾ ਥੈਂਕ ਯੂ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵਾਲੀਆਂ ਹੋਰ ਆਉਣ ਵਾਲੀਆਂ ਵੀਡੀਓਜ਼ ਲਈ। ਓਕੇ ਜੀ, ਥੈਂਕ ਯੂ।